ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। 32 ਲੱਖ ਦੀ ਆਬਾਦੀ ਹੈ ਮਨੀਪੁਰ ਦੀ। ਦੋ ਗਰੁੱਪਸ ਨੇ ਜਿਨ੍ਹਾਂ ਦੇ ਵਿੱਚ ਝੜਪ ਹੋ ਰਹੀ ਹੈ 2-2.5 ਮਹੀਨੇ ਤੋਂ। ਕੁਕੀ ਸਮੁਦਾਇ ਤੇ ਮੈਤਈ ਸਮੁਦਾਇ। ਕੁਝ ਸਰਕਾਰੀ ਸਕੀਮਸ ਨੂੰ ਲੈ ਕੇ, ਰਿਜ਼ਰਵੇਸ਼ਨ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੋਇਆ ਤਾਂ ਇਹ ਹਿੰਸਾ ਇੱਥੇ ਤੱਕ ਵੱਧ ਗਈ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ। ਪੂਰਾ ਵਿਸ਼ਵ ਇਸ ਘਟਨਾ ਦੇ ਉੱਤੇ ਚਿੰਤਾ ਦੱਸ ਰਿਹਾ ਹੈ ਔਰ ਦੁਖੀ ਹੋ ਰਿਹਾ ਹੈ। ਅਮਰੀਕਾ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਕਿ ਇਹ ਸਭ ਬੜਾ ਘਿਨੌਣਾ ਹੈ। ਇਹਦੇ ਨਾਲ ਪੂਰਾ ਸੰਸਾਰ ਭੈ ਦੇ ਵਿੱਚ ਚਲਾ ਗਿਆ ਹੈ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦੁਨੀਆ ਦਾ ਔਰ ਉੱਥੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਮਨੀਪੁਰ ਦੇ ਵਿੱਚ ਜੋ ਮਈ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ, ਉਸ ਘਟਨਾ ਨੇ ਪੂਰੇ ਵਿਸ਼ਵ ਦੇ ਉੱਤੇ ਇੱਕ ਚਿੰਤਾ ਦਾ ਵਾਤਾਵਰਣ ਪੈਦਾ ਕਰ ਦਿੱਤਾ ਹੈ ਕਿ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ ਉੱਥੇ ਅਜਿਹੀ ਮਾਨਸਿਕਤਾ ਹੋ ਸਕਦੀ ਹੈ ਲੋਕਾਂ ਦੀ ਕਿ ਉਹ ਅਜਿਹੀ ਘਿਨੌਣੀ ਹਰਕਤ ਕਰ ਸਕਦੇ ਨੇ। ਅਮਰੀਕਾ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ, ਭਾਰਤ ਦੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬੜੇ ਸ਼ਾਂਤੀਪੂਰਕ ਤਰੀਕੇ ਦੇ ਨਾਲ, ਬੜੇ ਠਰੰਮੇ ਦੇ ਨਾਲ, ਬੜੇ ਸਮਝਦਾਰੀ ਦੇ ਨਾਲ ਇਸ ਮਾਮਲੇ ਨੂੰ ਨਜਿੱਠਣ ਤੇ ਜਿੱਥੇ ਕਿਤੇ ਅਮਰੀਕਾ ਦੀ ਜ਼ਰੂਰਤ ਹੈ ਅਸੀਂ ਨਾਲ ਖੜੇ ਹਾਂ। ਪੂਰੇ ਵਿਸ਼ਵ ਦੀਆਂ ਪਾਰਲੀਮੈਂਟਸ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ। ਅਸੀਂ ਵੀ ਆਪਣੇ ਸਟੂਡੀਓਜ਼ ਦੇ ਵਿੱਚ ਅੱਜ ਇਸ ਘਟਨਾ ਦੇ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਜਗਰੂਪ ਸੇਖੋਂ। ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਚਰਚਾ ਦੇ ਵਿੱਚ ਸੇਖੋਂ ਸਾਹਿਬ। ਸ਼ੁਕਰੀਆ ਜੀ। ਸੇਖੋਂ ਸਾਹਿਬ, ਪੂਰਾ ਵਰਲਡ ਮੀਡੀਆ, ਪੂਰਾ ਯੂਰਪ, ਪਾਰਲੀਮੈਂਟਸ, ਉੱਥੋਂ ਦੇ ਲੀਡਰ ਸਹਿਬਾਨ, ਉੱਥੋਂ ਦਾ ਸਮਾਜ, ਉੱਥੋਂ ਦੇ ਲੋਕ ਦੁਖੀ ਨੇ ਇਸ ਘਟਨਾ ਤੋਂ। ਕੀ ਲੱਗਦਾ ਤੁਹਾਨੂੰ ਕਿ ਜਿਹੜੀ ਸਾਡੀ ਵਿਸ਼ਵ ਗੁਰੂ ਦੀ ਇਮੇਜ ਹੈ ਉਹ ਪੂਰੀ ਦੁਨੀਆ ਦੇ ਵਿੱਚ ਉਹਨੂੰ ਕਿੰਨੀ ਕੁ ਸੱਟ ਲੱਗਦੀ ਪਈ ਹੈ? ਜਿਸ ਤਰ੍ਹਾਂ ਵੱਖ-ਵੱਖ ਦੇਸ਼ਾਂ ਦੀਆਂ ਪਾਰਲੀਮੈਂਟਸ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਤੇ ਦੁਨੀਆ ਦਾ ਮੀਡੀਆ ਇਸ ਨੂੰ ਰਿਪੋਰਟ ਕਰ ਰਿਹਾ ਹੈ। ਸੇਖੋਂ ਸਾਹਿਬ, ਇਹ ਕਿਹੜੇ ਵਿਸ਼ਵ ਗੁਰੂ ਦੀ ਗੱਲ ਕਰਦੇ ਆ? ਮਤਲਬ ਇਹ ਤਾਂ ਇੱਕ ਕਿਸਮ ਦਾ ਉਹੀ ਇੱਕ ਪ੍ਰੋਪੇਗੈਂਡਾ ਬੇਸਡ ਜਿਹੜੀ ਇਹਨਾਂ ਦਾ ਸਾਰਾ ਇੱਕ ਜ਼ੋਰ ਹੈਗਾ ਕਿ ਉਹ ਸੈਲਫ ਪ੍ਰੋਕਲੇਮਡ ਵਿਸ਼ਵ ਗੁਰੂ। ਔਰ ਜੋ ਕੁਝ ਉੱਥੇ ਹੋ ਰਿਹਾ, ਜੋ ਕੁਝ ਉੱਥੇ ਦੇ ਹਾਲਾਤ ਹੈਗੇ ਆ, ਇਹ ਤਾਂ ਚਲੋ ਮਨੀਪੁਰ ਵਾਲੀ ਗੱਲ ਤਾਂ ਆਪਾਂ ਬਾਅਦ 'ਚ ਕਰਾਂਗੇ। ਜਿਸ ਤਰੀਕੇ ਦੇ ਨਾਲ ਉੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਸਟੇਟਾਂ ਦੇ ਵਿੱਚ, ਵਿਮਨ ਦੇ ਨਾਲ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਟਰੀਟ ਹੋ ਰਿਹਾ, ਕਿਸ ਤਰੀਕੇ ਦੇ ਨਾਲ ਇੱਕ ਸਿਵਲ ਸੁਸਾਇਟੀ ਦਾ ਜਿਹੜਾ ਹੈਗਾ, ਮਤਲਬ ਕਿਹੜਾ ਇਮੇਜ ਦਿੰਦੇ ਆ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਯੂਰੀਨੇਟ ਕੀਤਾ ਜਾ ਰਿਹਾ ਇੱਕ ਵਿਅਕਤੀ ਦੇ ਮੂੰਹ ਦੇ ਉੱਤੇ, ਜਾਂ ਜੋ ਹਾਥਰਸ ਹੋ ਰਿਹਾ ਵਾ, ਜਾਂ ਹੋਰ ਘਟਨਾਵਾਂ ਹੋ ਰਹੀਆਂ। ਜਿੰਨੀ ਗਰੀਬੀ ਆ, ਜਿੰਨੀ ਭੁੱਖ ਨੰਗ ਵਾ, ਜਿੰਨਾ ਉੱਥੇ ਬੁਰਾ ਹਾਲ ਵਾ, ਜੋ ਹਸਪੀਟਲ ਦੀ ਜਿਹੜੀ ਤੁਹਾਡੀ ਕਹਾਣੀ ਹੈਗੀ ਆ, ਜੋ ਥੋੜੇ ਪਿਛਲੇ ਸਮੇਂ ਦੇ ਵਿੱਚ ਕੋਵਿਡ ਦੇ ਵਿੱਚ ਵਾਪਰਿਆ ਸੀਗਾ। 4% ਸਾਡੀ ਆਬਾਦੀ ਹੈਗੀ ਆ ਸਾਰੇ ਦੁਨੀਆ ਦੀ, 16% ਸਾਡੀਆਂ ਸਾਰੀ ਦੁਨੀਆ ਜਿਹੜੀਆਂ ਡੈਥ ਹੋਈਆਂ ਉਹਦੀ 16% ਡੈਥ ਜਿਹੜੀਆਂ ਵਾ ਉਹ ਇੰਡੀਆ ਦੇ ਵਿੱਚ ਰਿਪੀਟ ਹੋ ਰਹੀਆਂ ਵਾ। ਹਰ ਪਾਸੇ ਜਿਹੜਾ ਹੈਗਾ ਹਾਹਾਕਾਰ ਮਚੀ ਪਈ ਆ। ਤੁਸੀਂ ਦੇਖਿਆ ਕਿ ਪਿਛਲੇ ਖਾਸ ਕਰਕੇ 9 ਸਾਲ ਦੇ ਵਿੱਚੋਂ ਕਿੱਦਾਂ ਧਰਮ ਨੂੰ ਬੇਸ ਬਣਾ ਕੇ ਲੋਕਾਂ ਦੇ ਖਾਣ ਪੀਣ ਦੇ ਵਿੱਚ, ਲੋਕਾਂ ਦੇ ਰਹਿਣ ਸਹਿਣ ਦੇ ਵਿੱਚ, ਜਾਂ ਜਿਸ ਤਰੀਕੇ ਦੇ ਨਾਲ ਤੁਹਾਡੇ ਮੀਡੀਆ ਨੂੰ ਦਬਾਇਆ ਜਾ ਰਿਹਾ ਹੈ, ਵਨ ਸਾਈਡਡ ਸਟੋਰੀ ਦੱਸੀ ਗਈ ਹੈ, ਰੈਜ਼ਿਸਟੈਂਸ ਜਿਹੜੀ ਘਟਾਈ ਜਾ ਰਹੀ ਹੈ, ਜੁਡੀਸ਼ਰੀ ਨਾਲ ਕਿਸ ਤਰੀਕੇ ਦੇ ਨਾਲ ਟੈਕਲ ਕੀਤਾ ਜਾਂਦਾ। ਜੋ ਬਿਆਨ ਤੁਸੀਂ ਦੇਖੋ, ਜਿਹਨੇ ਵਿਸ਼ਵ ਗੁਰੂ ਬਣਨਾ ਸੀ, ਜਿਹੜੇ ਪਹਿਲੇ ਇਹਨਾਂ ਦੇ ਲਾਅ ਮਿਨਿਸਟਰ ਹੁੰਦੇ ਸੀਗੇ, ਕੀ ਬੋਲਦੇ ਸੀ ਜੁਡੀਸ਼ਰੀ ਬਾਰੇ, ਕਿਸਾਨਾਂ ਦੇ ਕਾਨੂੰਨ ਕਿਸ ਤਰੀਕੇ ਦੇ ਨਾਲ ਬਣੇ ਆ, ਜਾਂ ਹੋਰ ਕਿਸ ਤਰੀਕੇ ਨਾਲ ਧੱਕੇਸ਼ਾਹੀ ਹੋ ਰਹੀ ਆ, ਜਾਂ ਜਿੰਨੀ ਡਿਸਪੈਰਿਟੀ ਵੱਧ ਰਹੀ ਆ, ਜਾਂ ਜਿਹੜੇ ਸਾਰੇ ਰਿਸੋਰਸਿਸ ਹੈਗੇ ਆ ਉਹ ਕੁਝ ਲੋਕਾਂ ਕੋਲ ਅਕਮੂਲੇਟ ਹੋ ਰਹੇ ਆ, ਤੁਹਾਡੀ ਗਰੀਬੀ ਵੱਧ ਰਹੀ ਆ, ਤੁਹਾਡੀ ਵਾਇਲੈਂਸ ਵੱਧ ਰਹੀ ਆ, ਤੁਹਾਡੇ ਹੋਰ ਬਹੁਤ ਸਾਰੀਆਂ ਸਮੱਸਿਆ ਵੱਧ ਰਹੀਆਂ ਵਾ। ਲੋਕੀ ਉੱਥੋਂ ਦੌੜ ਰਹੇ ਆ, ਬੈਂਕਾਂ ਦੇ ਵਿੱਚ ਫਰਾਡ ਵੱਧ ਰਿਹਾ ਵਾ, ਐਜੂਕੇਸ਼ਨ ਦਾ ਜਿਹੜਾ ਲੈਵਲ ਲੋ ਹੋ ਰਿਹਾ। ਤੁਸੀਂ ਪ੍ਰਾਈਵੇਟ ਐਜੂਕੇਸ਼ਨ ਨੂੰ ਜਿਹੜਾ ਹੈਗਾ ਉਹ ਬਿਜ਼ਨਸ ਬਣਾ ਕੇ ਦਿੱਤਾ, ਪਬਲਿਕ ਇੰਸਟੀਟਿਊਸ਼ਨ ਜਿਹੜਾ ਤੁਸੀਂ ਡਿਮੋਲਿਸ਼ ਕਰਨ ਤੇ ਤੁਲੇ ਹੋਏ ਜੋ। ਤੇ ਕਿਸ ਵਿਸ਼ਵ ਗੁਰੂ ਦਾ ਇਹ ਸੈਲਫ ਪ੍ਰੋਕਲੇਮ? ਠੀਕ ਆ, ਤੁਸੀਂ ਬਾਹਰ ਜਾ ਕੇ ਜੋ ਮਰਜ਼ੀ ਰੌਲੀ ਪਾਈ ਜਾਓ, ਅਜੇ ਵੀ ਇੱਥੇ 30-35 ਕਰੋੜ ਦੀ ਵੱਡੀ ਮੰਡੀ ਆ। ਇਹ ਜਿੰਨਾ ਅਮਰੀਕਾ, ਕੈਨੇਡਾ ਜਾਂ ਹੋਰ ਦੇਸ਼ਾਂ ਦੇ ਵਿੱਚ ਜਦੋਂ ਕੋਈ ਸਾਡਾ ਉੱਥੋਂ ਦਾ ਨੇਤਾ ਆਉਂਦਾ ਵਾ, ਉਹ ਆਉਂਦਿਆਂ ਤਾਂ ਉਦੋਂ ਠੀਕ ਆ, ਉਹਨਾਂ ਨੇ ਜੋ ਵੀ ਫਾਰਮੈਲਿਟੀ ਪੂਰੀ ਕਰਨੀ ਹੁੰਦੀ ਆ, ਪਰ ਉਹਨਾਂ ਦੀ ਜਾਣ ਤੋਂ ਬਾਅਦ, ਜਾਂ ਤੁਸੀਂ ਹੁਣ ਦੇਖੋ, ਤੁਸੀਂ ਵਾਲ ਸਟਰੀਟ ਜਰਨਲ ਪੜ੍ਹ ਕੇ ਵੇਖ ਲਓ, ਤੁਸੀਂ ਨਿਊਯਾਰਕ ਟਾਈਮਸ ਪੜ੍ਹ ਕੇ ਵੇਖ ਲਓ, ਤੁਸੀਂ ਗਾਰਡੀਅਨ ਪੜ੍ਹ ਕੇ ਵੇਖ ਲਓ, ਜਾਂ ਹੋਰ ਜਿਹੜਾ ਇੱਥੋਂ ਦੇ ਵਿੱਚ ਡਿਸਕਸ਼ਨਸ ਹੋ ਰਹੀਆਂ ਵਾ। ਕਿਉਂਕਿ ਇਹ ਲੋਕਾਂ ਦੀ ਆਦਤ ਹੈਗੀ ਆ, ਖਾਸ ਕਰਕੇ ਵੈਸਟਰਨ ਲੋਕਾਂ ਦੀ, ਕਿ ਬਹੁਤਾ ਇਸ ਤਰੀਕੇ ਨਾਲ ਕਹਿੰਦੇ ਨਹੀਂਗੇ, ਪਰ ਆਪਣੀ ਗੱਲ ਉਸ ਤਰੀਕੇ ਨਾਲ ਕਹਿ ਦਿੰਦੇ ਆ। ਦੇਸ਼ ਦੇ ਵਿੱਚ ਹਾਹਾਕਾਰ ਮਚੀ ਹੋਈ ਆ।
ਤੋ ਕਿਸ ਕਿਸਮ ਦਾ ਵਿਸ਼ਵ ਗੁਰੂ ਇਹ ਬਣਨਾ ਚਾਹੁੰਦਾ ਵਾ, ਕਿਸ ਕਿਸਮ ਦੀ ਜਿਹੜੀ ਖਾਸ ਕਰਕੇ ਇਹ ਆਪਣੇ ਆਪ ਨੂੰ ਕਲੇਮ ਕਰਨ ਡਏ ਆ ਕਿ ਕੋਈ ਇਹਨਾਂ ਨੇ ਢਾਂਚਾਗਤ ਸੁਧਾਰ ਕੀਤਾ। ਇੰਨੇ ਚਿਰ ਤੋਂ ਇਹ ਘਟਨਾ ਵਾਪਰੀ ਸੀ, ਜੇ ਸਟੇਟ ਨੂੰ ਇਹੀ ਨਹੀਂ ਪਤਾ, ਹੋ ਸਕਦਾ ਕਿ 3 ਤਰੀਕ ਦੀ ਘਟਨਾ ਵਾ, ਇਸੇ ਕਰਕੇ ਇਹਨਾਂ ਨੇ ਇੰਟਰਨੈਟ ਬੰਦ ਕਰਤਾ। ਬਾਰ-ਬਾਰ ਸਾਡੇ ਇੰਟਰਨੈਟ ਬੰਦ ਹੋ ਰਿਹਾ, ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹਨੂੰ ਸਕਵੀਜ਼ ਕੀਤਾ ਜਾ ਰਿਹਾ ਹੈ, ਡਾਈਸੈਂਟ ਨੂੰ ਦਬਾਇਆ ਜਾ ਰਿਹਾ ਹੈ। ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਕਿਹੜਾ, ਇਹ ਤਾਂ ਹਾਸੋਹੀਣ ਵਾਲੀ ਗੱਲ ਹੈਗੀ ਆ, ਮਜ਼ਾਕ ਬਣਨ ਵਾਲੀ ਗੱਲ ਹੈਗੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਕਿਸ ਬੇਸ ਦੇ ਉੱਤੇ ਜਿਹੜਾ ਅਸੀਂ ਇਹ ਪ੍ਰੋਪੋਗੰਡਾ ਕਰਦੇ ਹਾਂ ਕਿ ਅਸੀਂ ਵਿਸ਼ਵ ਗੁਰੂ ਬਣ ਜਾ ਰਹੇ ਹਾਂ। ਮੈਨੂੰ ਤਾਂ ਲੱਗਦਾ ਸਿਰਫ ਇਹ ਆਮ ਲੋਕਾਂ ਨੂੰ ਜਾਂ ਜਿਹੜੇ ਉਸ ਕਿਸਮ ਦੇ ਲੋਕਾਂ ਨੂੰ ਇੱਕ ਇਮੇਜ ਦੇਣ ਦੀ ਗੱਲ ਹੈਗੀ ਆ ਕਿ ਦੇਖੋ ਭਾਈ ਸਾਡੇ ਨਾਲ ਡਟੇ ਰਹੋਗੇ ਤੇ ਅਸੀਂ ਦੇਸ਼ ਨੂੰ ਜਿਹੜਾ ਹੈਗਾ ਵਾ ਉਹ ਉਸ ਕਿਸਮ ਦਾ ਬਣਾ ਦੇਵਾਂਗੇ। ਇਦਾਂ ਦੀ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਦੇ ਇੱਕ ਲੀਡਰ ਸੀਗੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ 2007 ਚ ਕਿਹਾ ਸੀ ਵੀ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਵਾਂਗੇ ਜੀ। ਔਰ ਹੋ ਸਕਦਾ ਲੋਕਾਂ ਨੇ ਸੋਚਿਆ ਵੀ ਅਮਰੀਕਾ ਜਾਣ ਦੀ ਲੋੜ ਨਹੀਂ ਪਊਗੀ ਜੇ ਪੰਜਾਬ ਹੀ ਕੈਲੀਫੋਰਨੀਆ ਬਣ ਜੂਗਾ। ਔਰ ਤੁਸੀਂ ਦੇਖਿਆ ਹੋਣਾ ਵੀ 10 ਸਾਲਾਂ ਦੇ ਵਿੱਚ ਉਹਨਾਂ ਦੇ ਵਿੱਚ ਪੰਜਾਬ ਦੇ ਕਿੱਦਾਂ ਉਹਨਾਂ ਨੇ ਚੀਥੜੇ ਜਿਹੜੇ ਆ ਉਹ ਉਡਾਏ, ਔਰ ਪੰਜਾਬ ਕਿਸ ਮਹਾਨੇ ਤੇ ਖੜਾ ਹੋ ਕੇ ਆ ਗਿਆ ਵਾ ਕਿ ਮੁੜ ਕੇ ਪੰਜਾਬ ਨੇ ਹੀ ਉਹਨਾਂ ਨੂੰ ਰਿਜੈਕਟ ਕਰਤਾ। ਸੋ ਮੈਨੂੰ ਇਹ ਕਈ ਵਾਰੀ ਇਹ ਗੱਲਾਂ ਜਿਹੜੀਆਂ ਬੜੀਆਂ ਹਾਸੋਹੀਣੀਆਂ ਲੱਗਦੀਆਂ, ਲੋਕੀ ਮਜ਼ਾਕ ਵੀ ਕਰਦੇ ਆ। ਸਾਇੰਸ ਦੇ ਉੱਤੇ ਤੁਸੀਂ ਇਨਵੈਸਟ ਨਹੀਂ ਕਰ ਰਹੇ, ਟੈਕਨੋਲੋਜੀ ਤੇ ਤੁਸੀਂ ਇਨਵੈਸਟ ਨਹੀਂ ਕਰ ਰਹੇ, ਤੁਸੀਂ ਪੁਰਾਣੇ ਵੇਦਾਂ ਪੁਰਾਣਾਂ ਦੇ ਉੱਤੇ ਜਾ ਰਹੇ ਜੋ ਤੁਸੀਂ ਇਹ ਜਿਹੜਾ ਹੈਗਾ ਇਲੌਜੀਕਲ ਗੱਲਾਂ ਹੈਗੀਆਂ, ਪਰੰਪਰਾ ਦੇ ਉੱਤੇ ਰੀਇਨਫੋਰਸ ਕਰਨ ਰਹੇ ਜੋ ਕਿ ਕੀ ਜਿਹੜਾ ਵਿਸ਼ਵ ਗੁਰੂ ਬਣਨ ਦੇ ਵਿੱਚ ਪਰੰਪਰਾ ਜਾਂ ਜੰਤਰੀਆਂ ਜਾਂ ਜਿਹੜੀ ਤੁਹਾਡੀਆਂ ਕੁੰਡਲੀਆਂ ਹੈਗੀਆਂ ਉਹ ਕੰਮ ਆਉਣਗੀਆਂ, ਜਾਂ ਤੁਹਾਡਾ ਜਿਹੜੀ ਹੈਗੀ ਆ ਕੋਈ ਰਿਸਰਚ, ਜਿਹੜੀ ਸਾਇੰਟੀਫਿਕ ਰਿਸਰਚ ਹੋਊਗੀ ਉਹ ਕੰਮ ਆਊਗੀ। ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਹੁਣ ਇਹ ਵੀ ਜੁਮਲਾ ਬਣ ਕੇ ਜਿਹੜਾ ਨਾ, ਜਿੱਦਾਂ ਪਹਿਲੇ ਜੁਮਲੇ ਸੀ 15 ਲੱਖ ਵਾਲੇ ਜਾਂ ਹੋਰ ਜੁਮਲੇ ਸੀਗੇ, ਤੇ ਵਿਸ਼ਵ ਗੁਰੂ ਦਾ ਸੁਪਨਾ ਲੋਕਾਂ ਨੂੰ ਦਿਖਾਉਣਾ ਇੱਕ ਬਹੁਤ ਵੱਡਾ ਭਰਮ ਹੈ, ਬਹੁਤ ਵੱਡਾ ਦਿਖਾਵਾ ਹੈ। ਔਰ ਮੈਂ ਤੇ ਵੀ ਕਹੂੰਗਾ ਕਿ ਬਹੁਤ ਵੱਡੀ ਲੋਕਾਂ ਦੇ ਨਾਲ ਜਿਹੜੀ ਆ ਬੇਇਨਸਾਫੀ ਆ, ਸਿਰਫ ਆਪਣਾ ਪੋਲੀਟੀਕਲ ਜਿਹੜਾ ਹੈਗਾ ਸੀਗਾ ਮਕਸਦ ਹੱਲ ਕਰਨ ਵਾਸਤੇ ਜੀ। ਸੋ ਇਹ ਵਿਸ਼ਵ ਗੁਰੂ ਦਾ ਸਾਰਾ ਜੋ ਤੁਸੀਂ ਨਕਸ਼ਾ ਖਿੱਚਿਆ, ਇਹ ਕਾਫੀ ਹੱਦ ਤੱਕ ਅਸੀਂ ਦੇਖ ਵੀ ਰਹੇ ਹਾਂ ਕਿ ਜੋ ਹਾਲਾਤ ਬਣੇ ਹੋਏ ਨੇ, ਔਰ ਜਿੰਨਾ ਕੁ ਪਬਲਿਕ ਸਮਝਦੀ ਹੈ ਭਾਰਤ ਦੀ, ਤਾਂ ਕਿਤੇ ਨਾ ਕਿਤੇ ਇਸ ਸਾਰੇ ਹਾਲਾਤ, ਇਸ ਸਾਰੇ ਘਟਨਾ ਚੱਕਰ ਦੇ ਉੱਤੇ ਚਿੰਤਾ ਵੀ ਰੱਖਦੀ ਹੈ, ਕਿਉਂਕਿ ਉਹਨਾਂ ਦਾ ਸਾਰਾ ਮਸਲਾ ਰੋਜ਼ੀ ਰੋਟੀ, ਰੋਜ਼ ਦੀਆਂ ਤਕਲੀਫਾਂ, ਪਰਿਵਾਰਿਕ ਦੁੱਖ ਸੁੱਖ, ਇਹਦੇ ਉੱਤੇ ਹੀ ਸਾਰਾ ਦਿਨ ਸੋਚਾਂ ਪਈਆਂ ਰਹਿੰਦੀਆਂ ਨੇ। ਸੋ ਐਡੇ ਵੱਡੇ ਪੱਧਰ ਦੇ ਉੱਤੇ, ਐਡੇ ਵੱਡੇ ਸਕੇਲ ਦੇ ਉੱਤੇ ਸੋਚਣਾ ਕਈ ਵਾਰ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਜੋ ਪੂਰਾ ਵਿਸ਼ਵ ਭਾਈਚਾਰਾ ਇਸ ਘਟਨਾ ਬਾਰੇ ਸੋਚ ਰਿਹਾ ਹੈ, ਪੂਰਾ ਵਰਲਡ ਦਾ ਮੀਡੀਆ, ਪਾਰਲੀਮੈਂਟਸ ਜੋ ਇਹਦੇ ਬਾਰੇ ਰਿਐਕਟ ਕਰ ਰਹੀਆਂ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸੇਖੋਂ ਸਾਹਿਬ? ਇਹ ਸਾਡੀ ਜਿਹੜੀ ਪਿਛਲੇ 60-17 ਸਾਲਾਂ ਦੀ ਕਮਾਈ ਸੀਗੀ ਕਿ ਜਿਹਦੇ ਵਿੱਚੋਂ ਇੰਡੀਆ ਬੜੇ ਹਾਲਾਤ ਦੇ ਵਿੱਚ ਪਾਰਟੀਸ਼ਨ ਤੋਂ ਬਾਅਦ, ਲਹੂ ਲਹਾਨ ਹੋਣ ਤੋਂ ਬਾਅਦ, ਪੋਲੀਟੀਕਲ ਇੰਸਟੇਬਿਲਿਟੀ ਉਸ ਸਮੇਂ ਨਹੀਂ ਸੀਗੀ, ਸਾਡਾ ਐਜੂਕੇਸ਼ਨ ਸਟਰਕਚਰ ਬਹੁਤ ਲੋ ਸੀਗਾ, ਸਾਡੀਆਂ ਇੰਸਟੀਟਿਊਸ਼ਨਸ ਨਹੀਂ ਹੈਗੀਆਂ ਸੀ, ਜੋ ਪਿਛਲੇ ਮੈਨੂੰ ਲੱਗਦਾ ਵੀ 50-60 ਸਾਲਾਂ ਦੇ ਵਿੱਚ ਸਰਕਾਰਾਂ ਨੇ ਬਿਲਡ ਅਪ ਕੀਤਾ ਸੀ, ਉਹਨੂੰ ਜਿਹੜਾ ਹੈਗਾ ਵਾ ਉਹਨੂੰ ਡਿਮੋਲਿਸ਼ ਕਰਨ ਵਾਲੇ ਪਾਸੇ ਜਿਹੜਾ ਇਹ ਸਾਰਾ ਕੁਝ ਚੱਲਿਆ ਗਿਆ। ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਉਹ ਸੰਸਥਾਵਾਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੂੰ ਤੋੜਿਆ ਜਾ ਰਿਹਾ ਵਾ, ਉਹਨਾਂ ਨੂੰ ਜਿਹੜਾ ਵੇਚਿਆ ਜਾ ਰਿਹਾ ਵਾ। ਐਜੂਕੇਸ਼ਨ ਪਾਲਿਸੀ ਦੇ ਤੌਰ ਤੇ ਕਿਸ ਤਰੀਕੇ ਦੀਆਂ ਜਿਹੜੀਆਂ ਹੈਗੀਆਂ ਮਿਥਸ ਜਿਹੜੀਆਂ ਐਡ ਕੀਤੀਆਂ ਜਾਂਦੀਆਂ। ਤੁਸੀਂ ਪਿਛਲੇ ਸਮੇਂ ਦੇਖਿਆ ਹੋਣਾ ਕਿ ਜਿਹੜਾ +1 +2 ਦੇ ਵਿੱਚ ਜਿਹੜਾ ਪੋਲੀਟੀਕਲ ਸਾਇੰਸ ਦਾ ਸਿਲੇਬਸ ਸੀ, ਤੇ ਚੈਲੰਜਸ ਟੂ ਡੈਮੋਕ੍ਰੇਸੀ ਦੀ ਗੱਲ ਕੀਤੀ ਸੀਗੀ, ਜਾਂ ਜਿਹਦੇ ਵਿੱਚ ਕੁਝ ਰਾਈਟਸ ਦੀ ਗੱਲ ਕੀਤੀ ਸੀਗੀ, ਜਾਂ ਉਹਦੇ ਵਿੱਚ ਕਾਸਟ ਸਿਸਟਮ ਦੀ ਗੱਲ ਕੀਤੀ ਸੀਗੀ, ਜਿਹੜੇ ਬੱਚਿਆਂ ਨੂੰ ਕ੍ਰੀਏਟਿਵ ਬਣਾਉਂਦਾ ਸੀਗਾ, ਜਿਹੜੇ ਬੱਚਿਆਂ ਦੇ ਵਿੱਚ ਇੱਕ ਨਵੀਂ ਸੋਚ ਪੈਦਾ ਕਰਦਾ ਸੀਗਾ, ਉਹ ਸਾਰਿਆਂ ਨੂੰ ਲਾਂਭੇ ਕਰਕੇ ਉਹ ਦੂਸਰੇ ਪਾਸੇ ਵੱਲ ਜਿਹੜਾ ਲਿਆਉਣਾ ਸ਼ੁਰੂ ਕਰ ਦਿੱਤਾ। ਤੇ ਮੈਨੂੰ ਤਾਂ ਲੱਗਦਾ ਵੀ ਇਹ ਠੀਕ ਹੈ, ਇਹਨਾਂ ਨੇ ਕਾਮਯਾਬ ਨਹੀਂ ਹੋਣਾ। ਤੁਸੀਂ ਇਹ ਮੇਰੀ ਗੱਲ ਆਪਾਂ ਫਿਰ ਕਿਤੇ ਮਿਲਾਂਗੇ ਕਿ ਇਹ ਇੰਡੀਆ ਦੇ ਲੋਕ ਜਿਹੜੇ ਆ ਬਹੁਤ ਵਾਈਬ੍ਰੈਂਟ ਡੈਮੋਕ੍ਰੈਟਿਕ ਪ੍ਰੋਸੈਸ ਰਿਹਾ ਵਾ। ਇਹ ਠੀਕ ਆ ਕਿ ਪਹਿਲੇ ਸਮੇਂ 'ਚ ਪਹਿਲੀਆਂ ਸਰਕਾਰਾਂ ਦੇ ਵਿੱਚ, ਕਾਂਗਰਸ ਦੇ ਸਰਕਾਰਾਂ ਜਾਂ ਹੋਰ ਸਰਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆ ਗਈ ਸੀ, ਤੇ ਉਸ ਗਿਰਾਵਟ ਦੇ ਤੌਰ ਤੇ ਇਹਨਾਂ ਨੂੰ ਲਿਆਂਦਾ ਗਿਆ ਸੀ ਜਦੋਂ ਇਹਨਾਂ ਨੇ ਆਲਟਰਨੇਟਿਵ ਇੱਕ ਮਾਡਲ ਆਫ ਡਿਵੈਲਪਮੈਂਟ ਦੀ ਗੱਲ ਕੀਤੀ ਸੀਗੀ। ਪਰ ਬਾਅਦ ਦੇ ਵਿੱਚ ਆਣ ਕੇ ਜਿਸ ਤਰੀਕੇ ਦੇ ਨਾਲ ਇਹਨਾਂ ਇੰਸਟੀਟਿਊਸ਼ਨਸ ਨੂੰ ਡੀ-ਇੰਸਟੀਟਿਊਸ਼ਨਲਾਈਜ਼ ਕਰਨਾ ਸ਼ੁਰੂ ਕਰਤਾ, ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਸਿਸਟਮ ਨੂੰ ਜਿਹੜਾ ਤਬਾਹ ਕਰਨ ਵਾਲੇ ਪਾਸੇ ਕਰ ਦਿੱਤਾ, ਚਾਹੇ ਰਿਕਰੂਟਮੈਂਟ ਦੇ ਤੌਰ ਦੇ ਉੱਤੇ ਸੀਗਾ, ਚਾਹੇ ਹੋਰ ਕਿਸੇ ਪਾਸੇ ਵੱਲ ਸੀਗਾ, ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਇਹਦਾ ਘਾਟਾ ਤਾਂ ਬਹੁਤ ਤਕੜਾ ਪਿਆ ਹੈ। ਪਰ ਸਾਡੀ ਸਮੱਸਿਆ ਇਹ ਹੈਗੀ ਆ ਕਿ ਇਹ ਠੀਕ ਅਸੀਂ ਮੰਨਦੇ ਸੀ ਕਿ 2014 ਤੋਂ ਬਾਅਦ ਨਵਾਂ ਰਿਪਬਲਿਕ ਸ਼ੁਰੂ ਹੋਇਆ, ਪਰ ਇਹ ਰਿਪਬਲਿਕ ਨੇ ਸਾਨੂੰ ਬਹੁਤ ਪਿੱਛੇ ਸੁੱਟ ਦਿੱਤਾ। ਮੈਨੂੰ ਲੱਗਦਾ ਹੈ ਕਿ ਇਹਨੂੰ ਦੁਬਾਰਾ ਸੁਧਾਰਨ ਵਾਸਤੇ, ਉਸ ਇਮੇਜ ਨੂੰ ਲਿਆਉਣ ਵਾਸਤੇ, ਕਿਉਂਕਿ ਅਸੀਂ ਕ੍ਰਾਈਸਿਸ ਚੋਂ ਉੱਠੇ ਸੀਗੇ, ਸਾਡੇ ਕੋਲ ਹਰ ਕਿਸਮ ਦਾ ਕ੍ਰਾਈਸਿਸ, 60 ਦੀ ਡੈਕੇਡ ਸਾਡੇ ਲਈ ਬਹੁਤ ਕ੍ਰਾਈਸਿਸ ਵਾਲੀ ਸੀ। ਉਦੋਂ ਵੀ ਯੂਰਪੀਅਨ ਅਮਰੀਕਨ ਸਾਇੰਟਿਸਟ ਕਹਿੰਦੇ ਵੀ ਇੰਡੀਆ ਨੇ ਵੀ ਡੈਮੋਕ੍ਰੇਸੀ ਸਰਵਾਈਵ ਨਹੀਂ ਕਰਨੀ, ਬਹੁਤ ਲੰਮਾ ਸਮਾਂ ਨਹੀਂ ਚੱਲਣਾ। ਸਾਡੇ ਡਾਇਵਰਸਿਟੀ ਬਹੁਤ ਹੈਗੀ ਆ। ਤੁਸੀਂ
ਇਸ ਡਿਵਰਸਿਟੀ ਨੂੰ ਮਨੀਪੁਰ ਦੀ ਐਗਜ਼ਾਮਪਲ ਲੈ ਲਓ, ਉਸ ਦੋ ਦੇ ਵਿੱਚ ਦੋ ਵੱਡੀਆਂ ਜਿਹੜੀਆਂ ਹੈਗੀਆਂ ਕਮਿਊਨਿਟੀਜ਼ ਹੈਗੀਆਂ। ਇਸੇ ਤਰੀਕੇ ਨਾਲ ਸਾਰਾ ਦੇਸ਼ ਜਿਹੜਾ ਸੀ ਯੂਨਿਟੀ ਇਨ ਡਿਵਰਸਿਟੀ ਸੀ। ਇਹਨਾਂ ਨੇ ਆਣ ਕੇ ਇੱਕ ਬੁਲਡੋਜ਼ ਕਰਨ ਵਾਲਾ ਜਿਹੜਾ ਪ੍ਰੋਸੈਸ ਸ਼ੁਰੂ ਕਰਤਾ ਕਿ ਇੱਕ ਸੰਵਿਧਾਨ ਹੋਣਾ ਚਾਹੀਦਾ, ਇੱਕ ਵਿਧਾਨ ਹੋਣਾ ਚਾਹੀਦਾ ਵਾ, ਇੱਕ ਕਾਨੂੰਨ ਹੋਣਾ ਚਾਹੀਦਾ ਵਾ। ਔਰ ਉਸ ਕਾਨੂੰਨ ਦੇ ਵਿੱਚ ਖਾਸ ਕਰਕੇ ਜਿਹੜਾ ਮੈਜੋਰਟੀ ਭਾਈਚਾਰਾ, ਜਿਹੜਾ ਮੈਜੋਰਟੇਰੀਅਨ ਜਿਹੜੀ ਵਿਲ ਦੀ ਇੰਪਲੀਮੈਂਟੇਸ਼ਨ ਹੈਗੀ ਆ, ਤੇ ਅੱਗੇ ਉਹ ਜਿਹੜੀ ਉਹਦੀ ਰੈਜ਼ਿਸਟੈਂਸ ਜਿਹੜੀ ਅਗਲੇ ਆਉਣ ਵਾਲੇ ਸਮੇਂ 'ਚ ਹੋਊਗੀ, ਜਾਂ ਸਾਇਲੈਂਟ ਰੈਜ਼ਿਸਟੈਂਸ ਹੁਣ ਵੀ ਹੈਗੀ ਆ, ਤੇ ਮੈਨੂੰ ਲੱਗਦਾ ਕਿ ਉਹਦੇ ਨਾਲ ਸਾਨੂੰ ਕੁਝ ਆਸ ਬਣਦੀ ਆ। ਅਦਰਵਾਈਜ਼ ਇਸ ਰੂਲਿੰਗ ਪਾਰਟੀ ਨੇ ਤੇ ਕੋਈ ਕਸਰ ਨਹੀਂ ਛੱਡੀ ਕਿ ਇਹ ਸੰਸਥਾਵਾਂ ਜਿਹੜੀਆਂ ਤੁਸੀਂ ਦੇਖੋ ਕਿ 5 ਈਅਰ ਪਲਾਨ ਨੂੰ ਬੰਦ ਕਰਕੇ ਨਵਾਂ ਲੈਣ, ਤਾਂ ਉਹਦੇ ਵਿੱਚ ਕੀ ਨਵਾਂ ਸੀਗਾ? ਰੀਨੇਮਿੰਗ ਹੋ ਰਹੀ ਆ, ਪੁਰਾਣੇ ਸਦੀਆਂ ਤੋਂ ਚੱਲੇ ਜਿਹੜੇ ਸ਼ਹਿਰ ਸੀਗੇ ਉਹਨਾਂ ਨੂੰ ਰੀਨੇਮ ਕੀਤਾ ਜਾ ਰਿਹਾ ਹੈਗਾ, ਔਰ ਕਿਹਨਾਂ ਦੇ ਨਾਂ ਤੇ ਰੱਖਿਆ ਜਾ ਸਕਦਾ ਜਿਨ੍ਹਾਂ ਦਾ ਆਪਣਾ ਕੋਈ ਇਤਿਹਾਸ ਨਹੀਂਗਾ। ਇੱਕ ਨਵਾਂ ਇਤਿਹਾਸ ਘੜਨ ਦੀ, ਚਾਹੇ 47 ਤੋਂ ਬਾਅਦ ਵਾਲੀ ਗੱਲ ਆ ਜਾਂ 47 ਤੋਂ ਪਹਿਲਾਂ ਵਾਲੀ ਆ, ਇਹ ਜਿਹੜੀ ਐਫਰਟ ਹੈਗੀ ਆ, ਇਹ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਹੈਗਾ ਜਿਹੜੀ ਇੰਡੀਆ ਦੀ ਯੂਨਿਟੀ ਹੈ, ਡਿਵਰਸਿਟੀ ਹੈਗੀ ਆ, ਤੇ ਜਾਂ ਜਿਸ ਕਿਸਮ ਦਾ ਸਾਡਾ ਸਾਰਾ ਇੱਕ ਕੰਪੋਜ਼ਿਟ ਕਲਚਰ ਸੀਗਾ ਜਿਹਦੇ ਵਿੱਚ ਇਹ ਸਿਰਫ ਇੱਕ ਹੀ ਧਾਰਾ ਨੂੰ ਅੱਗੇ ਵਧਾਉਣਾ ਚਾਹੁੰਦੇ ਆ। ਜੀ, ਸੋਸ਼ਲ ਮੀਡੀਆ ਕਾਫੀ ਜਾਗਰੂਕ ਹੈ, ਉਹਦੇ ਉੱਤੇ ਕਾਫੀ ਅਸੀਂ ਚਰਚਾ ਦੇਖਦੇ ਹਾਂ, ਸੁਣਦੇ ਹਾਂ। ਸੋ ਵਰਲਡ ਮੀਡੀਆ ਜਿੱਦਾਂ ਰਿਪੋਰਟ ਕਰ ਰਿਹਾ, ਤੁਸੀਂ ਉਸ ਦੇ ਬਾਰੇ ਸਾਰੀ ਚਰਚਾ ਕੀਤੀ ਹੈ, ਔਰ ਇੰਡੀਅਨ ਮੀਡੀਆ ਬਾਰੇ ਵੀ ਤੁਸੀਂ ਦੱਸਿਆ ਕਿ ਇੰਡੀਅਨ ਮੀਡੀਆ ਨੂੰ ਕਾਫੀ ਹੱਦ ਤੱਕ ਕੰਟਰੋਲ ਵਿੱਚ ਰੱਖਿਆ ਜਾਂਦਾ ਹੈ, ਇਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਜ਼ਿਆਦਾ ਗੱਲਬਾਤ ਕਰਦੇ ਹਾਂ, ਉਹਦੇ ਉੱਤੇ ਡਿਪੈਂਡ ਰਹਿੰਦੇ ਹਾਂ। ਸੋ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਜੇ ਅਸੀਂ ਇੱਕ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਜੋ ਮਣੀਪੁਰ ਦੇ ਚੀਫ ਮਿਨਿਸਟਰ ਨੇ ਐਨ ਬਾਰਨ ਸਿੰਘ, ਉਹਨਾਂ ਦਾ ਕੀ ਰੋਲ ਰਿਹਾ, ਉਹਨਾਂ ਦੇ ਰੋਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਸ ਤੋਂ ਬਾਅਦ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੀ ਰੋਲ ਦੇ ਉੱਤੇ ਆਵਾਂਗੇ। ਪਹਿਲਾਂ ਚੀਫ ਮਿਨਿਸਟਰ ਆਫ ਮਣੀਪੁਰ ਦਾ ਜੋ ਰੋਲ ਹੈ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਬਣਦੇ ਨੇ ਸੇਖੋਂ ਸਾਹਿਬ? ਹੀ ਫੇਲਡ ਮਿਜ਼ਰੇਬਲੀ, ਕਿਉਂਕਿ ਕਿਸੇ ਰਾਜ ਧਰਮ ਇਹ ਹੁੰਦਾ ਵਾ ਲੋਕਾਂ ਦੀ ਜ਼ਿੰਦਗੀ, ਲੋਕਾਂ ਦੀ ਇੱਜ਼ਤ ਨੂੰ ਬਚਾਉਣਾ ਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ। ਜਿੰਨਾ ਨੰਗਾ ਤਾਂਡਵ ਅਸੀਂ ਪਿਛਲੇ ਮਹੀਨਿਆਂ ਦੇ ਵਿੱਚ ਉੱਥੇ ਦੇਖਿਆ ਹੈ, ਇਹ ਕਿਸੇ ਵੀ ਜਿਹੜੀ ਕਾਂਸਟੀਟਿਊਸ਼ਨ ਜਿਹੜੀ ਗਵਰਨਮੈਂਟ ਹੁੰਦੀ ਆ, ਉਹਦੇ ਤੇ ਬਹੁਤ ਵੱਡਾ ਉਹਦਾ ਫਰਜ਼ ਬਣਦਾ। ਮਣੀਪੁਰ ਦੇ ਚੀਫ ਮਿਨਿਸਟਰ, ਮਣੀਪੁਰ ਦੀ ਸਰਕਾਰ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 2018 ਦੇ ਵਿੱਚ ਜਿਹੜੀ ਸਿੰਗਲ ਲਾਰਜੈਸਟ ਪਾਰਟੀ ਸੀ ਉਹ ਕਾਂਗਰਸ ਪਾਰਟੀ ਆਈ ਸੀਗੀ, ਪਰ ਕਾਂਗਰਸ ਇੰਨੀ ਲਥਾਰਜਿਕ ਮੂਡ ਦੇ ਵਿੱਚ ਸੀਗੀ 2017 ਦੇ ਵਿੱਚ ਸ਼ਾਇਦ ਪੋਸੀਬਲੀ, ਤੇ ਉਹ ਕਾਂਗਰਸ ਵਾਲਿਆਂ ਨੇ ਲਾਂਭੇ ਕਰਤਾ, ਇਹਨਾਂ ਨੇ ਜਿਹੜੀ ਹੈਗੀ ਸੀ ਸਰਕਾਰ ਬਣਾਤੀ। ਅਸਲ ਜਿਹੜਾ ਨਾਰਥ ਈਸਟ ਹੈ ਬਹੁਤ ਫਰਜ਼ਾਈਲ ਏਰੀਆ ਹੈਗਾ। ਨਾਰਥ ਈਸਟ ਦੇ ਵਿੱਚ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਕਮਿਊਨਿਟੀਜ਼ ਹੈਗੀਆਂ, ਉਹਨਾਂ ਦਾ ਆਪਣਾ ਟਰਾਈਬਲ ਕਲਚਰ ਹੈਗਾ, ਬਹੁਤ ਸਾਰਾ ਉਹਨਾਂ ਦੇ ਆਪਣੇ ਜਿਹੜੀਆਂ ਸਾਰੀਆਂ ਪਰੰਪਰਾਵਾਂ ਹੈਗੀਆਂ, ਔਰ ਪਰੰਪਰਾਵਾਂ ਜਿਹੜੀਆਂ ਹੁੰਦੀਆਂ ਵਾ ਉਹਨਾਂ ਨੂੰ ਜੋੜਨ ਵਾਸਤੇ ਪਿਛਲੇ ਲੰਮੇ ਸਮੇਂ ਦੇ ਵਿੱਚ ਕਿ ਉਹ ਜਿਹੜਾ ਸੀ ਇੱਕ ਪ੍ਰਚਾਰ ਕੀਤਾ ਜਾਂਦਾ ਸੀ, ਉਹਦਾ ਪਸਾਰ ਕੀਤਾ ਜਾਂਦਾ ਸੀਗਾ। ਪਰ ਜਦੋਂ ਦੀ ਇਹ ਸਰਕਾਰ ਆਈ, ਤੁਸੀਂ ਦੇਖਿਆ ਮੈਤੀ ਤੇ ਕੂਕੀ ਦੇ ਵਿੱਚ ਅਲਟੀਮੇਟਲੀ ਜਿਹੜਾ ਇਹਨਾਂ ਦਾ ਇਹ ਐਕਸਪੈਰੀਮੈਂਟ ਸੀਗਾ, ਚਾਹੇ ਗੁਜਰਾਤ ਵਾਲਾ ਐਕਸਪੈਰੀਮੈਂਟ ਸੀਗਾ, ਜਾਂ ਜਿਹੜਾ ਐਕਸਪੈਰੀਮੈਂਟ ਹੁਣ ਯੂਪੀ ਦੇ ਵਿੱਚ ਹੋ ਰਿਹਾ, ਜਾਂ ਮੱਧ ਪ੍ਰਦੇਸ਼ ਦੇ ਵਿੱਚ ਆ, ਜਾਂ ਕੁਝ ਹੱਦ ਤੱਕ ਜਿਹੜਾ ਕਰਨਾਟਕਾ ਦੇ ਵਿੱਚ ਕੀਤਾ ਗਿਆ ਸੀਗਾ, ਇਹ ਅਸਲ ਦੇ ਵਿੱਚ ਉਹੀ ਐਫਰਟ ਹੈਗੀ ਆ ਕਿ ਇਹ ਮਣੀਪੁਰ ਵਾਲੇ ਪਾਸੇ ਵੱਲ ਨੂੰ ਜਿਹੜਾ ਚੱਲਣ ਦੇ ਵਿੱਚ, ਮਣੀਪੁਰ ਵਾਲੇ ਪਾਸੇ ਤੇ ਉਹਨੂੰ ਅਪਲਾਈ ਕਰਨ ਵਾਸਤੇ। ਤੋ ਇਸ ਕਰਕੇ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਆ। ਸਰਕਾਰ ਦੇ ਉੱਤੇ ਆਰਟੀਕਲ 356 ਉੱਥੇ ਦਿਨ ਤੋਂ ਲੱਗ ਜਾਣਾ ਚਾਹੀਦਾ ਸੀ, ਪਰ ਤੁਸੀਂ ਦੇਖੋ ਕਿ ਅੱਜ ਤੱਕ ਕੋਈ ਬੋਲਿਆ ਨਹੀਂ। ਪ੍ਰਧਾਨ ਮੰਤਰੀ ਦੀ ਸਟੇਟਮੈਂਟ ਜਿਹੜੀ ਆਈ ਆ, ਉਸ ਤੋਂ ਬਾਅਦ ਥੋੜਾ ਲੋਕ ਬੋਲੇ ਆ, ਪਰ ਪ੍ਰਧਾਨ ਮੰਤਰੀ ਦੀ ਸਟੇਟ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਲੋਕੀ ਇੱਥੇ ਰੇਜ਼ ਕਰ ਰਹੇ ਆ ਜੀ, ਕਿ ਕਿਸ ਤਰੀਕੇ ਦੇ ਨਾਲ ਉਹਨੇ ਕਾਂਗਰਸ ਦੋ ਰੂਲਡ ਸਟੇਟ ਸੀਗੇ ਉਹਨਾਂ ਨੂੰ ਮਣੀਪੁਰ ਦੇ ਨਾਲ ਕੰਪੇਅਰ ਕਰਤਾ। ਹਾਂ, ਤੁਸੀਂ ਕੀਤਾ ਕਿ ਜਿਹੜਾ ਮੀਡੀਆ ਦੀ ਗੱਲ ਕੀਤੀ ਹੈ, ਮੈਂ ਅਜੇ ਵੀ ਸਲਾਮ ਕਰਦਾ ਕਿ ਜਿਹੜਾ ਖਾਸ ਕਰਕੇ ਟੈਲੀਗ੍ਰਾਫ ਦੇ ਫਰੰਟ ਪੇਜ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜੀ ਖਬਰ ਛਾਪੀ ਸੀ, ਜਿਹੜੇ ਇਮੇजेस ਦਿੱਤੇ ਸੀ, ਉਹ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਬਹੁਤ ਵੱਡੀ ਖਿੱਚ ਦਾ ਕਾਰਨ ਬਣਿਆ ਕਿ ਕਿੰਨਾ ਡੇਰਿੰਗ ਤਰੀਕੇ ਦੇ ਨਾਲ ਔਰ ਕਿੰਨਾ ਉਹਨਾਂ ਨੇ ਜਿਹੜਾ ਹੈਗਾ ਸੀ ਉਸ ਤਰੀਕੇ ਦੇ ਬਿੰਬ ਦੇ ਤੌਰ ਦੇ ਉੱਤੇ ਉਹ ਸਾਰਾ ਕੁਝ ਜਿਹੜਾ ਐਕਸਪਲੇਨ ਕਰਤਾ ਕਿ ਕਿੱਦਾਂ 79 ਡੇਜ਼ ਲੱਗੇ ਇੱਕ 56 ਇੰਚ ਦੀ ਜਿਹੜੀ ਚਮੜੀ ਜਿਹੜੀ ਹੈਗੀ ਸੀ ਉਹਦੇ ਵਿੱਚੋਂ ਜਿਹੜੇ ਸੀ ਇਹ ਅਥਰੂ ਜਿਹੜੇ ਆ ਬਾਹਰ ਨਿਕਲਦੀ, ਤੇ ਉਹਦੇ ਉੱਪਰਲੇ ਪਾਸੇ ਕਰੋਕੋਡਾਈਲ ਦੀ ਸੀ। ਤੁਸੀਂ ਆਪ ਹੀ ਦੇਖੋ ਕਿ ਜਦੋਂ ਇਹੋ ਜਿਹੀ ਖਬਰ ਮੀਡੀਆ 'ਚ ਪਬਲਿਸ਼ ਹੁੰਦੀ ਆ, ਔਰ ਉਹ ਵੀ ਪ੍ਰਿੰਟ ਮੀਡੀਆ 'ਚ ਹੁੰਦੀ ਆ, ਔਰ ਜਿਹਦਾ ਇੰਨਾ ਵੱਡਾ ਉਹਦਾ ਪ੍ਰੈਸਟੀਜ ਹੁੰਦਾ ਵਾ, ਤੇ ਫਿਰ ਮੁੱਖ ਮੰਤਰੀ ਦਾ ਤਾਂ ਕੀ ਵਿਚਾਰੇ ਦੀ ਹੈਗੀ ਆ, ਔਰ ਮੁੱਖ ਮੰਤਰੀ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ, ਕੋਈ ਉੱਥੇ ਸਵਾਲ ਨਹੀਂ ਕਰਦਾ। ਆਪੋਜੀਸ਼ਨ ਨੂੰ ਤਾਂ ਵੈਸੇ ਹੀ ਸਵਾਲ ਨਹੀਂ ਕਰਨ ਦਿੰਦੇ, ਪਾਰਲੀਮੈਂਟ 'ਚ ਬਹਿਸ ਨਹੀਂ ਹੋਣ ਦਿੰਦੇ, ਜਾਂ ਇਹਦੇ ਨਾਲ ਜਿਹੜਾ ਹੈਗਾ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਦੀ ਅੱਜ ਤੱਕ ਕੋਈ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਨਹੀਂ ਆਈ, ਔਰ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਉਹ ਸਟੇਟਮੈਂਟ ਤਾਂ ਮੈਨੂੰ ਲੱਗਦਾ ਵੀ ਮੈਨੂੰ ਘੱਟੋ ਘੱਟ ਬਹੁਤ ਦੁੱਖ ਹੋਇਆ ਕਿ ਇੰਨੇ ਵੱਡੇ ਦੁਖਾਂਤ ਦੇ ਬਾਅਦ
ਇੰਨੀ ਵੱਡੀ ਸਾਡੀ ਬੇਇੱਜ਼ਤੀ ਹੋਣ ਦੇ ਬਾਅਦ, ਇਹ ਸਾਡੀ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਆ। ਉਹ ਠੀਕ ਆ ਕਿ ਜਦੋਂ ਬਾਹਰਲੇ ਸਟੇਟਾਂ 'ਚ ਜਾਂਦੇ ਆ ਐਜ਼ ਏ ਗੈਸਟ ਬਣ ਕੇ ਜਾਂਦੇ, ਉਹਨਾਂ ਨੇ ਉਹ ਸਾਰਾ ਕੁਝ ਕਰਨਾ ਹੀ ਹੁੰਦਾ, ਉਹਨਾਂ ਨੇ ਜੋ ਸੈਰੀਮੋਨੀਅਲ ਜੋ ਉਹਨਾਂ ਦੀ ਹੁੰਦੀ ਉਹ ਕਰਨੀ ਹੁੰਦੀ ਆ। ਪਰ ਨਾਲ ਹੀ ਸਵਾਲ ਹੋ ਰਿਹਾ ਵੀ ਜਿਸ ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦਾ ਫਿਕਰ ਨਹੀਂ ਹੈ, ਤੇ ਉਹ ਜਦੋਂ ਬਾਹਰ ਆਣ ਕੇ ਇਦਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਵਿਸ਼ਵ ਗੁਰੂ ਦੀ ਗੱਲ ਕਰਦੇ ਆ, ਕਿਹੜੀ ਡੈਮੋਕ੍ਰੇਸੀ ਹੈਗੀ ਆ? ਕਹਿੰਦੇ ਲਾਰਜੈਸਟ ਡੈਮੋਕ੍ਰੇਸੀ ਆ। ਲਾਰਜੈਸਟ ਤਾਂ ਇਹੀ ਹੈਗੀ ਹੈ ਨਾ ਵੀ ਸਾਡੀਆਂ ਵੋਟਾਂ ਬਹੁਤ ਜ਼ਿਆਦੀਆਂ ਪੈਂਦੀਆਂ ਵਾ, ਅਸੀਂ ਵੋਟਾਂ ਕਿਸ ਬੇਸ ਤੇ ਲੈਂਦੇ ਆ, ਕਿਹੜੀ ਮੋਬਿਲਾਈਜੇਸ਼ਨ ਆ, ਕਿਹੜੇ ਮੁੱਦੇ ਆ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਉਹ ਜਿਹੜੀ ਉੱਥੋਂ ਦੀ ਸਰਕਾਰ ਆ, ਕਿਉਂਕਿ ਨਾਰਥ ਈਸਟ ਬਹੁਤ ਜ਼ਿਆਦਾ ਨੈਸ਼ਨਲ ਮੇਨ ਸਟ੍ਰੀਮ 'ਚ ਨਹੀਂ ਰਹਿੰਦਾ, ਉਹ ਪਹਿਲਾਂ ਤੋਂ ਵੀ ਨਹੀਂ ਰਿਹਾ। ਛੋਟੀਆਂ ਸਟੇਟਾਂ ਹੈਗੀਆਂ, ਬਹੁਤ ਥੋੜੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਨੈਸ਼ਨਲ ਉੱਤੇ। ਨੈਸ਼ਨਲ ਮੇਨ ਸਟ੍ਰੀਮ ਮੀਡੀਆ ਦਾ ਕਦੀ ਉਹ ਬਹੁਤਾ ਹਿੱਸਾ ਹੀ ਨਹੀਂ ਰਹਿੰਦਾ, ਅਸਾਮ ਨੂੰ ਛੱਡ ਕੇ। ਬਾਕੀ ਤਾਂ ਉਹਨਾਂ ਦੀਆਂ ਖਬਰਾਂ ਆਉਂਦੀਆਂ ਫॉर ਬੈਡ ਰੀਜ਼ਨਸ ਕਿ ਕੋਈ ਉੱਥੇ ਇਨਸਰਜੈਂਸੀ ਹੋ ਗਈ। ਪਰ ਆ ਜਿਹੜੀ ਮਨੀਪੁਰ ਦੀ ਘਟਨਾ ਹੈ, ਮੈਂ ਕਿਹਾ ਇਹ ਤੋਂ ਵੱਡਾ ਕਲੰਕ ਇਸ ਸਮੇਂ ਦੇ ਵਿੱਚ, ਇਹ ਨਹੀਂ ਮੈਂ ਕਹਿੰਦਾ ਵੀ ਦੂਜੀਆਂ ਸਟੇਟਾਂ 'ਚ ਨਹੀਂ ਹੋ ਰਿਹਾ, ਪਰ ਇਸ ਸਮੇਂ ਦੇ ਵਿੱਚ ਜਦੋਂ ਤੁਹਾਡੇ ਕੋਲ ਰਿਸੋਰਸਿਸ ਹੈਗੇ ਆ, ਜਦੋਂ ਤੁਹਾਡੇ ਕੋਲ ਮੀਡੀਆ ਹੈਗਾ ਵਾ, ਜਦੋਂ ਤੁਹਾਡੇ ਕੋਲ ਜਿਹੜਾ ਪੈਰਾਫਰਨੀਲੀਆ ਹੈਗਾ ਵਾ, ਸਟੇਟ ਪੁਲਿਸ ਹੈਗੀ ਆ, ਐਡਮਿਨਿਸਟ੍ਰੇਸ਼ਨ ਲੋਐਸਟ ਲੈਵਲ ਤੱਕ ਹੈਗੀ ਆ, ਪੰਚਾਇਤਾਂ ਤੁਹਾਡੇ ਕੋਲ ਹੈਗੀਆਂ, ਤੇ ਜੇ ਇਹ ਘਟਨਾ ਵਾਪਰਦੀ ਆ ਔਰ ਇੰਨਾ ਲੰਮਾ ਸਮਾਂ ਵਾਪਰਦੀ ਆ, ਉਹ ਜਿਵੇਂ ਕਿਹਾ ਜਾਂਦਾ ਵੀ ਪੁਲਿਸ ਇਨਵੋਲਡ ਹੈ, ਇਹ ਤਾਂ ਮੇਰੇ ਖਿਆਲ ਉਹੀ ਐਕਸਪੈਰੀਮੈਂਟ ਹੈ ਜਿਹੜਾ, ਕਿਉਂਕਿ ਲੋਕ ਤਾਂ ਇੱਥੇ ਵੀ ਕਹਿੰਦੇ ਆ, ਪਬਲਿਕਲੀ ਕਹਿ ਰਹੇ ਸੀ, ਕੱਲ ਮੈਂ ਦੇਖ ਰਿਹਾ ਸੀ, ਇਹ ਗੁਜਰਾਤ ਵਾਲਾ ਨਵਾਂ ਐਕਸਪੈਰੀਮੈਂਟ ਜਿਹੜਾ ਹੈਗਾ ਉਹ ਨਾਰਥ ਈਸਟ ਦੇ ਵਿੱਚ ਰਿਪੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤਾ ਵਾ, ਔਰ ਜਿਹਨੇ ਬੈਕਫਾਇਰ ਕੀਤਾ, ਔਰ ਜਿਹਨੇ ਸਾਡਾ ਸਾਰਿਆਂ ਦਾ ਜਾਂ ਸਾਡੇ ਦੇਸ਼ ਦਾ ਜਿਹੜਾ ਸਿਰ ਵਾ ਸ਼ਰਮ ਦੇ ਨਾਲ ਬਹੁਤ ਝੁਕਾ ਦਿੱਤਾ। ਜੀ, ਇਹਦੇ ਵਿੱਚ ਸਟੇਟਮੈਂਟ ਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ, ਉਹਨਾਂ ਦੀ ਸਟੇਟਮੈਂਟ ਨੂੰ ਕੰਪੇਅਰ ਕੀਤਾ ਜਾ ਰਿਹਾ ਹੈ ਡਾਕਟਰ ਮਨਮੋਹਨ ਸਿੰਘ ਜੀ ਦੀ ਜੋ ਸਟੇਟਮੈਂਟ ਸੀ ਜਦੋਂ ਨਿਰਭਇਆ ਕਾਂਡ ਹੋਇਆ ਸੀ ਦਿੱਲੀ ਦੇ ਵਿੱਚ, ਬੱਸ ਦੇ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ, ਬਾਅਦ ਵਿੱਚ ਉਸ ਲੜਕੀ ਦੀ ਡੈਥ ਵੀ ਹੋ ਗਈ ਔਰ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ। ਉਸ ਵੇਲੇ ਡਾਕਟਰ ਮਨਮੋਹਨ ਸਿੰਘ ਜੀ ਦੀ ਜੋ ਸਟੇਟਮੈਂਟ ਸੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਮੇਰੇ ਘਰ ਵੀ ਬੇਟੀਆਂ ਨੇ, ਮੈਂ ਉਹ ਦਰਦ ਸਮਝ ਸਕਦਾ। ਉਹਨਾਂ ਦੀ ਸਟੇਟਮੈਂਟ ਨੂੰ ਮੋਦੀ ਸਾਹਿਬ ਦੀ ਸਟੇਟਮੈਂਟ ਨਾਲ ਕੰਪੇਅਰ ਕਰਕੇ ਲੋਕ ਦੇਖ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਵੀ ਜ਼ਰੂਰ ਦੇਖਿਆ ਹੋਵੇਗਾ। ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਬਣਦੇ ਨੇ? ਇਹ ਜੋ ਮਾਨਵਤਾ ਦੇ ਨਜ਼ਰੀਏ ਨਾਲ ਦੇਖੀਏ, ਜੋ ਇੱਕ ਮਾਨਵ ਦੀ ਸੋਚ ਦੇ ਨਜ਼ਰੀਏ ਨਾਲ ਦੇਖੀਏ ਕਿ ਉਹ ਕਿੰਨਾ ਕੁ ਸੈਂਸਿਟਿਵ ਮੁੱਦਾ ਬਣ ਜਾਂਦਾ ਹੈ ਸੋਸਾਇਟੀ ਦੇ ਪਰਸਪੈਕਟਿਵ ਤੋਂ। ਸੇਖੋ ਸਾਹਿਬ ਦੇਖੋ, ਪਹਿਲੇ ਤਾਂ ਇਹੋ ਜਿਹੜੇ ਦੁਖਾਂਤ ਦਾ ਕੰਪੈਰੀਜ਼ਨ ਕਰਨਾ ਬਹੁਤ ਹੀ ਦੁੱਖ ਭਰੀ ਗੱਲ ਹੈਗੀ ਜੀ। ਉਹ ਠੀਕ ਹੋ ਮਾੜਾ ਹੋਇਆ, ਉਹਨਾਂ ਨੇ ਭੁਗਤਿਆ। ਕਿ ਬੀਜੇਪੀ ਤਿਆਰ ਹੋਇਆ ਕਿ 2024 ਦੇ ਵਿੱਚ ਜੋ ਕਾਂਗਰਸ ਨੇ ਭੁਗਤਿਆ ਸੀ ਉਸ ਪਾਸੇ ਵੱਲੋਂ ਭੁਗਤਣ ਨੂੰ ਤਿਆਰ ਬੈਠੇ ਆ ਜੀ। ਮੈਨੂੰ ਲੱਗਦਾ ਕਿ ਇਹ ਜਿਹੜਾ ਉਹ ਚੀਜ਼ ਨੂੰ ਇਹ ਜਸਟੀਫਾਈ ਕਰਨਾ ਉਹ ਬਹੁਤ ਦੁਖਦਾਈ ਘਟਨਾ ਸੀ। ਔਰ ਦੁਖਦਾਈ ਘਟਨਾ ਤੋਂ ਬਾਅਦ ਤੁਹਾਨੂੰ ਪਤਾ ਹੋਣਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਜੇ ਕੋਈ ਇਸ ਕਿਸਮ ਦਾ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਜਿਹੜਾ ਕਾਨੂੰਨ ਜਿਹੜਾ ਮੇਰੇ ਖਿਆਲ ਜਸਟਿਸ ਵਰਮਾ ਕਮਿਸ਼ਨ ਬਣਾਇਆ ਗਿਆ ਸੀਗਾ ਕਿ ਜਿਨ੍ਹਾਂ ਨੇ ਸ਼ਾਰਟੈਸਟ ਪੋਸੀਬਲ ਟਾਈਮ ਦੇ ਵਿੱਚ ਸੰਵਿਧਾਨ ਦੇ ਵਿੱਚ ਜਾਂ ਜਿਹੜੀ ਆਈਪੀਸੀ ਦੇ ਵਿੱਚ ਅਮੈਂਡਮੈਂਟ ਕਰਕੇ ਤੇ ਸਖਤ ਸਜ਼ਾਵਾਂ ਦੀ ਜਿਹੜੀ ਪ੍ਰੋਵੀਜ਼ਨ ਦਿੱਤੀ ਸੀਗੀ। ਔਰ ਉਹ ਸਖਤ ਸਜ਼ਾਵਾਂ ਜਿਸ ਤਰੀਕੇ ਨਾਲ ਇਹਨਾਂ ਦੇ ਵਰਲਡ ਫੈਡਰੇਸ਼ਨ ਜਿਹੜਾ ਹੈਗਾ ਉਹ ਜਿਹੜਾ ਕਬੱਡੀ ਵਾਲਾ ਉਹਦੇ ਉੱਤੇ ਲੱਗੀਆਂ ਵਾ, ਤੇ ਜਿੱਥੋਂ ਆਸ ਬਣਦੀ ਸੀ ਕਿ ਉਹਨੂੰ ਕੋਈ ਸਜ਼ਾ ਮਿਲੂਗੀ, ਭਾਵੇਂ ਕਿ ਉਹਨੂੰ ਜ਼ਮਾਨਤ ਕੋਰਟ ਨੇ ਆਨਰੇਬਲ ਕੋਰਟ ਨੇ ਦੇ ਦਿੱਤੀ ਆ। ਇਹ ਬਹੁਤ ਮਾੜੀ ਗੱਲ ਆ। ਕਿਉਂ ਜਸਟੀਫਾਈ ਕਰਦੇ ਹੋ? ਉਹ ਘਟਨਾ ਇਹ ਘਟਨਾ ਦੋਵੇਂ ਦੁਖਦਾਈ ਘਟਨਾ ਸੀਗੀਆਂ, ਪਰ ਇਸ ਵਿੱਚ ਕਿਸ ਤਰੀਕੇ ਦਾ ਨੰਗਾ ਤਾਂਡਵ ਜਿਹੜਾ ਸੀਗਾ ਦੁਨੀਆ ਦੇ ਵਿੱਚ ਸਾਹਮਣੇ ਦੋ ਔਰਤ ਲੇਡੀਜ਼ ਨੂੰ ਜਿਹੜਾ ਉਹਨਾਂ ਨਾਲ ਵਰਤਾਵ ਕੀਤਾ ਗਿਆ, ਮੇਰਾ ਖਿਆਲ ਹੈ ਕਿ ਇਹੋ ਜਿਹਾ ਵਰਤਾਵ ਤਾਂ ਜਿਹੜਾ ਹੈਗਾ ਵਾ ਉਹ ਜੰਗਲਾਂ ਦੇ ਵਿੱਚ ਜਾਨਵਰ ਵੀ ਨਹੀਂ ਕਰਦੇ। ਹੁਣ ਜਿਸ ਵਿਸ਼ਵ ਗੁਰੂ ਦੀ ਗੱਲ ਕਰਦੇ ਆ, ਉਹ ਵਿਸ਼ਵ ਗੁਰੂ ਦੇ ਇਹੋ ਜਿਹੇ ਬੀਸ ਜਿਹੜੇ ਹੈਗੇ ਆ ਉਹ ਸਾਡੇ ਰਿਪਰੈਜ਼ੈਂਟੇਟਿਵ ਬਣ ਗਏ। ਇਹੋ ਜਿਹੇ ਜਿਹੜੇ ਲੋਕ ਜਿਨ੍ਹਾਂ ਨੇ ਉਹਨਾਂ ਨੇ ਔਰਤਾਂ ਦੇ ਨਾਲ ਵਿਹਾਰ ਕੀਤਾ ਵਾ, ਕਿ ਉਹ ਵਿਸ਼ਵ ਗੁਰੂ ਦੇ ਵਿੱਚ ਜਿਹੜਾ ਹੈਗਾ ਵਾ ਦੂਸਰੀਆਂ ਕਮਿਊਨਿਟੀ ਨੂੰ ਦਬਾਉਣ ਵਾਸਤੇ ਉਹ ਰਿਪਰੈਜ਼ੈਂਟੇਟਿਵ ਹੋਣਗੇ। ਤੋ ਇਸ ਕਰਕੇ ਇਹ ਤਾਂ ਹੁਣ ਜਸਟੀਫਾਈ ਕਰਦੇ। ਮੈਨੂੰ ਉਹਦੇ ਦੁੱਖ ਲੱਗਾ, ਮੈਂ ਆਪਣੇ ਫੇਸਬੁੱਕ ਤੇ ਲਿਖਿਆ ਸੀਗਾ ਕਿ ਇਹਦੇ ਵਿੱਚ ਰਾਜਸਥਾਨ ਤੇ ਛੱਤੀਸਗੜ੍ਹ ਨੂੰ ਵਿੱਚ ਘਸੀੜਨ ਦੀ ਲੋੜ ਸੀ ਜੀ। ਇਹ ਤੁਸੀਂ ਸਿੱਧੀ ਕਿਉਂ ਨਹੀਂ ਗੱਲ ਕਰਦੇ ਜੀ? ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਆਪਣੇ ਵਿੱਚ? ਇਹੀ ਜੇ ਕਿਤੇ ਕਾਂਗਰਸ ਦੇ ਸਮੇਂ 'ਚ ਹੋਇਆ ਹੁੰਦਾ ਤੇ ਇਹਨਾਂ ਨੇ ਇੰਨਾ ਪਿੱਟਣ ਸਿਆਪਾ ਪਾ ਦੇਣਾ ਸੀ। ਮੈਂ ਕਾਂਗਰਸ ਦਾ ਕੋਈ ਉਹ ਨਹੀਂ ਹੈਗਾ, ਤੁਸੀਂ ਪਹਿਲੇ ਸਮੇਂ ਦੇਖਿਆ ਵੀ ਇਹਨਾਂ ਕੋਲ ਜਿੰਨੀ ਫੌਜ ਹੈਗੀ ਆ, ਕਿੱਦਾਂ ਜਦੋਂ ਤੇਲ ਦੀਆਂ ਕੀਮਤਾਂ ਵਧਦੀਆਂ ਤੇ ਪੀਪੇ ਵਜਾਉਂਦੇ ਹੁੰਦੇ ਸੀਗੇ, ਕਿੱਦਾਂ ਪ੍ਰੋਪੇਗੈਂਡਾ ਕਰਦਾ ਸੀਗਾ। ਤਾਂ ਮੇਰੇ ਖਿਆਲ ਇਹ ਜਿਹੜੀ ਸਰਕਾਰ ਹੈ ਇਹਦਾ ਜਿਹੜਾ ਖਾਸ ਕਰਕੇ ਸਰਵਾਈਵਲ ਜਿਹੜਾ ਹੈ, ਇਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਅਸੀਂ ਰੌਲਾ ਪਾ ਕੇ ਲੋਕਾਂ ਦੀ ਅਟੈਂਸ਼ਨ ਜਿਹੜੇ ਰੀਅਲ ਇਸ਼ੂ ਦੇ ਉੱਤੋਂ, ਜੋ ਮਨੀਪੁਰ ਦੇ ਵਿੱਚ ਹੋ ਚੁੱਕਾ ਵਾ ਉਹਦੇ ਤੋਂ ਇਹ ਬਚ ਨਹੀਂ ਸਕਦੇ, ਉਸ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਉਹ ਇੱਕ ਬਹੁਤ ਵੱਡਾ ਕਲੰਕ ਜਿਹੜਾ ਵਾ ਰੂਲਿੰਗ ਪਾਰਟੀ, ਚਾਹੇ ਉਹ ਸਟੇਟ ਦੀ ਪਾਰਟੀ ਹੈਗੀ ਆ ਚਾਹੇ ਕੇਂਦਰ ਦੀ ਪਾਰਟੀ, ਹਾਂ ਇਹ ਬਚ ਸਕਦੇ ਸੀਗੇ। ਉਸੇ ਦਿਨ ਬਿਰਨ ਸਿੰਘ ਦੀ ਸਰਕਾਰ ਨੂੰ ਡਿਸਮਿਸ ਕਰ ਦਿੰਦੇ, ਪ੍ਰੈਜ਼ੀਡੈਂਸ਼ੀਅਲ ਰੂਲ ਉੱਥੇ ਲਾ ਦਿੰਦਾ
ਤੁਸੀਂ ਖੁਦ ਦੇਖੋ ਕਿ ਮਨੀਪੁਰ ਦੇ ਵਿੱਚ ਚੱਪੇ ਦੇ ਵਿੱਚ ਸਿਕਿਉਰਿਟੀ ਫੋਰਸਿਸ ਆ, ਔਰ ਇੱਕ ਇਹ ਵੀ ਖਬਰ ਆ ਰਹੀ ਹੈ ਕਿ ਇੱਕ ਔਰਤ ਨੂੰ ਉਹਨਾਂ ਨੇ, ਪੁਲਿਸ ਵਾਲਿਆਂ ਨੇ ਉਹਨਾਂ ਦੇ ਗੁੰਡਿਆਂ ਦੇ ਹਵਾਲੇ ਕਰਤਾ। ਔਰ ਇਹ ਅਲਟੀਮੇਟਲੀ ਤਾਂ ਉਹੀ ਹੈਗਾ ਵੀ ਕਿੱਦਾਂ ਡਿਵੀਜ਼ਨ ਕ੍ਰੀਏਟ ਕਰਨੀ ਹੈ। ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜੇ ਅਸੀਂ ਇਸ ਡਿਵੀਜ਼ਨ ਵਾਲੇ ਪਾਸੇ ਚੱਲ ਪਏ ਤੇ ਇਹ ਦੇਸ਼ ਨੂੰ ਇਕੱਠਾ ਰੱਖਣਾ ਬਹੁਤ ਮੁਸ਼ਕਲ ਹੋ ਸਕਦਾ। ਜੀ, ਜਿਸ ਤਰ੍ਹਾਂ ਦੋਨੋਂ ਸਮੁਦਾਇ ਜੋ ਮਿਤਈ ਤੇ ਕੂਕੀ ਨੇ, ਉਹਨਾਂ ਦਾ ਆਪਸ ਦੇ ਵਿੱਚ ਬਹੁਤ ਵਖਰਾਵ ਹੋ ਚੁੱਕਾ ਹੈ। ਹੁਣ ਇਹ ਵੀ ਗੱਲਾਂ ਬਹੁਤ ਜ਼ਿਆਦਾ ਮਗੀਆਂ ਹੋਈਆਂ ਨੇ ਕਿ ਇਕੱਠਾ ਨਹੀਂ ਰਹਿਣਾ ਚਾਹੁੰਦੇ, ਸਾਨੂੰ ਵੱਖਰਾ ਕਰ ਦਿਓ। ਹੁਣ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਭਾਰਤ ਨੂੰ ਇਕੱਠਾ ਜੋੜ ਕੇ ਰੱਖਣਾ, ਤਾਂ ਇਹ ਜੋ ਹਾਲਾਤ ਪੈਦਾ ਹੋ ਰਹੇ ਨੇ, ਇਹ ਕਿੱਧਰ ਲੈ ਕੇ ਜਾ ਰਹੇ ਨੇ? ਤੇ ਨੈਕਸਟ 2024 ਦੀਆਂ ਲੋਕ ਸਭਾ ਇਲੈਕਸ਼ਨ ਸਾਡੇ ਸਿਰ ਤੇ ਨੇ। ਸੇਖੋਂ ਸਾਹਿਬ, ਵੇਖੋ ਇਹਨਾਂ ਦਾ ਤਾਂ ਸ਼ੁਰੂ ਤੋਂ ਰਿਹਾ ਕਿ ਲੋਕਾਂ ਨੂੰ ਜੋੜੋ। ਨਵਾਂ ਇੱਕ ਸ਼ੋਸ਼ਾ ਛੱਡਿਆ ਸੀਗਾ ਯੂਨੀਫਾਰਮ ਸਿਵਲ ਕੋਡ, ਮੈਂ ਇਹਦੇ ਫੇਵਰ ਦੇ ਵਿੱਚ ਹਾਂ, ਕਿਉਂਕਿ ਸਾਡੇ ਜਿਹੜਾ ਸੀ ਡਾਇਰੈਕਟਰ ਪ੍ਰਿੰਸੀਪਲ ਸਟੇਟ ਪਾਲਿਸੀ ਦੇ ਵਿੱਚ ਇਹ ਉਸ ਸਮੇਂ ਦੇ ਵਿੱਚ ਉਹਨਾਂ ਦਿੱਤਾ ਸੀ ਵੀ ਹੌਲੀ ਹੌਲੀ ਸਾਨੂੰ ਸਿਵਲ ਜਿਹੜੇ ਰੂਲਸ ਹੈਗੇ ਆ ਲੋਕਾਂ ਨੂੰ ਉਸ ਲੈਵਲ ਤੇ ਲਿਆਉਣਾ ਚਾਹੁੰਦੇ ਆ। ਪਰ ਜੋ ਤੁਸੀਂ ਰਾਜਨੀਤੀ ਖੇਡਦੇ ਹੋ ਉਹਦੇ ਵਿੱਚੋਂ, ਜਾਂ ਜਿਸ ਕਿਸਮ ਦੀ ਰਾਜਨੀਤੀ ਇਹਨਾਂ ਦੀ ਮਨਸ਼ਾ ਦੇ ਉੱਤੇ ਹੀ ਸਾਰਾ ਇਸ ਕਿਸਮ ਦਾ ਸ਼ੱਕ ਹੋ ਗਿਆ। ਮੈਨੂੰ ਲੱਗਦਾ ਕਿ ਇਹ ਇਹਨਾਂ ਦਾ ਇਸ ਵਿਚਾਰਧਾਰਾ ਜਿਹੜੀ ਸੀ ਡਿਵਾਈਡ ਐਂਡ ਰੂਲ ਦੇ ਵਿੱਚ, ਇਹ ਮਨੀਪੁਰ ਵਾਲਾ ਜਿਹੜਾ ਇੰਸਟੈਂਸ ਹੋਇਆ ਵਾ, ਇਹ ਇੱਕ ਕਿੱਲ ਵਾਂਗੂ ਹੀ ਜਿਹੜਾ ਉੱਥੇ ਚੁਭੂਗਾ। ਤੁਸੀਂ ਦੇਖੋ ਉਸ ਤੋਂ ਬਾਅਦ ਬੀਜੇਪੀ ਨੂੰ ਸਿਰਫ ਅੰਧ ਭਗਤ ਜਿਹੜੇ ਥੋੜੇ ਬਹੁਤੇ 10-20% ਉਹਨਾਂ ਨੇ ਵੋਟਾਂ ਨਹੀਂ ਪਾਈਆਂ। ਇੱਕ ਰਿਲੇਟਿਵ ਜਿਹੜਾ ਹੈਗਾ ਸੀਗਾ, ਕੁਝ ਲੋਕ ਇਦਾਂ ਦੇ ਵੀ ਹੈਗੇ ਸੀ, ਸਮਝਦਾਰ ਸੀ ਵੀ ਸਾਡੀ ਇਕਨੋਮੀ ਠੀਕ ਹੋਣੀ ਚਾਹੀਦੀ ਆ, ਪੋਲੀਟੀਕਲ ਸਟੇਬਿਲਿਟੀ ਸਾਡੀ ਠੀਕ ਹੋਣੀ ਚਾਹੀਦੀ ਆ, ਜਾਂ ਇਦਾਂ ਹੈਗਾ ਕਿ ਕਾਂਗਰਸ ਦੇ ਵਿੱਚ ਬਹੁਤ ਸਾਰੀ ਜਿਹੜੀ ਹੈਗੀਆਂ ਡੀਜਨਰੇਸ਼ਨ ਹੋ ਗਈ ਆ, ਪਰਿਵਾਰਵਾਦ ਉਹਦੇ ਵਿੱਚ ਆ ਚੁੱਕਾ ਹੈ, ਤਾਂ ਇਸ ਕਰਕੇ ਇਸ ਪਾਸੇ ਵੱਲ ਤੁਰਿਆ ਜਾਵੇ। ਔਰ ਇਸ ਇੰਸਟੈਂਸ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਹੁੰਦੀਆਂ ਨਾ ਕਿ ਭਾਵਨਾ ਨੂੰ ਬਹੁਤ ਜ਼ਿਆਦਾ ਸੇਟ ਲੱਗੀ ਆ, ਔਰ ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ, ਸਾਊਥ ਦੇ ਵਿੱਚ। ਔਰ ਇਹਦੇ ਨਾਲ ਸਿੱਧੇ ਤੇ ਸਿੱਧੇ, ਵੈਸੇ ਹੀ ਤੁਸੀਂ ਦੇਖੋ ਵੀ ਥੋੜੇ ਸਮੇਂ ਤੋਂ ਪਹਿਲੀ ਵਾਰੀ ਹੋਇਆ ਕਿ ਇੱਕ ਨਵਾਂ ਅਲਾਇੰਸ ਇੱਕ ਨੈਚੁਰਲ ਫਾਰਮ ਦੇ ਵਿੱਚ ਜਿਹੜਾ ਇਵੋਲਵ ਹੋ ਗਿਆ, ਜਿਹੜਾ ਇੰਡੀਆ ਦੇ ਤੌਰ ਦੇ ਉੱਤੇ ਜਿਹੜਾ ਅਮਰਜ ਹੋਇਆ। ਔਰ ਮੈਂ ਐਜ਼ ਅ ਸਟੂਡੈਂਟ ਆਫ ਪੋਲੀਟੀਕਲ ਸਾਇੰਸ ਦੇਖਿਆ ਇਹੋ ਜੀ ਕਦੀ ਆਪੋਜੀਸ਼ਨ ਪਾਰਟੀਆਂ ਦੀ ਕੋਆਰਡੀਨੇਸ਼ਨ 77 ਚ ਵੀ ਨਹੀਂ ਸੀ ਹੋਈ ਜੀ, 89 ਚ ਵੀ ਨਹੀਂ ਸੀਗੀ, 91 ਚ ਵੀ ਨਹੀਂ ਸੀਗੀ, 2004 ਦੇ ਵਿੱਚ ਵੀ ਨਹੀਂ ਸੀਗੀ। ਉੱਥੇ ਤਾਂ ਫਿਰ ਬਾਅਦ ਪੋਸਟਪੋਲ ਅਲਾਈਨਮੈਂਟ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਲੱਗਦਾ ਕਿ ਬੀਜੇਪੀ ਲਈ ਬਹੁਤ ਵੱਡੀ ਸੈਟਬੈਕ ਹੈਗੀ ਆ ਇਹ ਬੀਜੇਪੀ ਜਿਹੜੀ ਹੈਗੀ, ਕਿਉਂਕਿ ਇਹਨਾਂ ਨੇ ਬਹੁਤ ਵੱਡਾ ਜਿਹੜਾ ਹੈ ਘਾਤ, ਜਾਂ ਇਹ ਕਿਉਂਕਿ ਜ਼ਿੰਮੇਵਾਰੀ ਹੁੰਦੀ, ਮੈਂ ਇਸ ਕਰਕੇ ਨਹੀਂ ਕਹਿੰਦਾ, ਜਿਹੜਾ ਵੀ ਪਾਵਰ ਦੇ ਵਿੱਚ ਹੈ ਅਸੀਂ ਸਰਕਾਰਾਂ ਬਣਾਉਣੇ ਆ, ਆਪਣੀ ਕਿਸਮਤ ਦਾ ਫੈਸਲਾ ਉਹਨਾਂ ਦੇ ਹੱਥ 'ਚ ਦੇ ਦਿੰਦੇ ਆ। ਸਾਡੀ ਨਵੀਂ ਜਨਰੇਸ਼ਨ ਹੈਗੀ ਆ, ਉਹਦੀਆਂ ਐਸਪੀਰੇਸ਼ਨਸ ਆ। ਮੈਂ ਇਹਨਾਂ ਦੇ ਜਿਹੜੇ ਇਸ ਕਿਸਮ ਦੇ ਭਗਤਾਂ ਦੀ ਗੱਲ ਨਹੀਂ ਕਰਦਾ, ਉਹਨਾਂ ਦੀ ਗਿਣਤੀ ਹੋਊਗੀ ਜਿੰਨੀ ਵੀ ਹੋਊਗੀ, ਪਰ ਮੋਟੇ ਤੌਰ ਤੇ ਮੈਨੂੰ ਲੱਗਦਾ ਕਿ ਬੀਜੇਪੀ ਦਾ ਡਿਕਲਾਈਨ ਵੈਸੇ ਸ਼ੁਰੂ ਹੋ ਗਿਆ ਸੀਗਾ। ਮੋਦੀ ਸਾਹਿਬ ਦੀ ਪਪੂਲੈਰਿਟੀ ਪਹਿਲਾਂ ਸਟੇਟ ਆਫ ਨੇਸ਼ਨ ਸਰਵੇ ਦੇ ਵਿੱਚ ਪਹਿਲੀ ਵਾਰੀ ਜਿਹੜੀ ਹੈਗੀ ਆ ਉਹ ਭਾਵੇਂ 1% ਹੀ ਥੱਲੇ ਆਈ ਆ। ਆਪੋਜੀਸ਼ਨ ਦੇ ਵਿੱਚ ਰਾਹੁਲ ਗਾਂਧੀ ਨੂੰ ਮੰਨੋ ਨਾ ਮੰਨੋ, ਪਿਛਲੇ ਸਮੇਂ ਦੇ ਵਿੱਚ ਉਹਦੀ ਜਿਹੜੀ ਪਪੂਲੈਰਿਟੀ ਸੀ ਉਹ 27% ਜਿਹੜੇ ਇੰਡੀਆ ਦੇ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਦੀ ਫਸਟ ਚੋਇਸ ਬਣਦੇ ਜਾ ਰਹੇ ਆ। ਦੂਸਰੀਆਂ ਪਾਰਟੀਆਂ ਵੀ ਉਹਨਾਂ ਦੇ ਆਲੇ ਦੁਆਲੇ ਰੈਲੀ ਹੋ ਰਹੀਆਂ। ਬੀਜੇਪੀ ਨੂੰ ਬਹੁਤ ਵੱਡਾ ਚੈਲੰਜ ਹੋਊਗਾ। ਮੈਨੂੰ ਪਤਾ ਲੱਗਾ ਕਿ ਸ਼ਾਇਦ ਜਿੱਥੇ ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ, ਦੂਸਰਾ ਹੈ ਕਿ ਕਿਸਾਨ ਇਹਨਾਂ ਦੇ ਬਿਲਕੁਲ ਖਿਲਾਫ ਆ, ਕਿਉਂਕਿ ਇਹ ਪ੍ਰੋ ਬਿਜ਼ਨਸ, ਔਰ ਬਿਜ਼ਨਸ ਦੇ ਵਿੱਚ ਵੀ ਜਿਹੜੇ ਦੋ ਚੌਕ ਲੋਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਾਰਨ ਡਏ ਆ। ਛੋਟਾ ਬਿਜ਼ਨਸਮੈਨ ਇਹਨਾਂ ਤੋਂ ਦੁਖੀ ਹੈਗਾ ਵਾ, ਕਿਸਾਨ ਇਹਨਾਂ ਤੋਂ ਦੁਖੀ ਹੈਗੇ ਆ, ਯੂਥ ਫਰਸਟ੍ਰੇਟ ਹੋ ਰਿਹਾ ਵਾ, ਔਰ ਮੇਰੇ ਖਿਆਲ ਆ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਹੈਗੀਆਂ, ਔਰਤਾਂ ਹੈਗੀਆਂ ਵਾ, ਕਿਉਂਕਿ ਇਹ ਜਿਹੜਾ ਖਾਸ ਕਰਕੇ ਬੁਰਾ ਦ੍ਰਿਸ਼ ਸੀਗਾ, ਨੀਂਦ ਨਹੀਂ ਆਈ ਇਹਨਾਂ ਨੂੰ ਵੇਖ ਕੇ, ਉਹ ਤਕਰੀਬਨ ਸਾਰਿਆਂ ਨੇ ਵੇਖ ਲਿਆ। ਇਹ ਤਾਂ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਕਮਾਲ ਹੈਗਾ ਵਾ, ਤੇ ਮੈਨੂੰ ਲੱਗਦਾ ਵੀ ਇਹਨਾਂ ਦਾ ਉਹੀ ਹਾਲ ਕਰਤਾ ਜਾਊਗਾ ਜਿਹੜਾ ਇੰਦਰਾ ਗਾਂਧੀ ਦਾ 77 ਦੇ ਵਿੱਚ ਹੋਇਆ ਸੀਗਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਾਰਥ ਇੰਡੀਆ ਦੇ 9 ਸਟੇਟਾਂ ਦੇ ਵਿੱਚ ਕਾਂਗਰਸ ਦਾ ਇੱਕ ਵੀ ਕੈਂਡੀਡੇਟ ਨਹੀਂ ਸੀ ਜਿੱਤਿਆ, ਔਰ ਇੰਦਰਾ ਗਾਂਧੀ ਵੀ ਬਹੁਤ ਵੱਡੇ ਮਾਰਜਨ ਤੇ ਇੱਕ ਹੁੰਦਾ ਸੀ ਰਾਜਿੰਦਰਨ ਹੁੰਦਾ ਸੀ, ਆਮ ਬੰਦਾ ਜਿਹੜਾ ਸੀਗਾ, ਉਹਨੇ ਉਹਨੂੰ ਹਰਾਤਾ ਸੀਗਾ। ਤਾਂ ਅਸੀਂ ਤਾਂ ਹੁਣ ਇਹ ਮਤਲਬ ਇੱਥੋਂ ਹਿਸਾਬ ਲਾਇਆ ਜਾ ਸਕਦਾ ਕਿ ਜਿਸ ਤਰੀਕੇ ਨਾਲ ਕਿਸਾਨ, ਜਿਸ ਤਰੀਕੇ ਨਾਲ ਯੂਥ, ਜਿਸ ਤਰੀਕੇ ਨਾਲ ਵਿਮਨ, ਜਿਸ ਤਰੀਕੇ ਨਾਲ ਕੰਸੈਂਟੀਅਸ ਲੋਕ, ਇਹ ਮੇਰੇ ਦੇਸ਼ ਦੇ ਲੋਕ ਬਹੁਤ ਕੰਸੈਂਟੀਅਸ ਹੈਗੇ ਆ ਜੀ, ਜਿਆਦੇ ਉਹ ਪੋਲੀਟੀਕਲ ਆਟੋਨੋਮਸ ਹੈਗੇ ਆ, ਤੇ ਉਹਨਾਂ ਨੂੰ ਲੱਗਦਾ ਵੀ ਜੇ ਇਹ ਲੰਮਾ ਸਮਾਂ ਚੱਲ ਗਿਆ ਇਹਨਾਂ ਦਾ ਰਾਜ, ਤੇ ਫਿਰ ਹੋ ਸਕਦਾ ਦੇਸ਼ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਵੇ, ਜਾਂ ਦੇਸ਼ ਲਈ ਬਹੁਤ ਸਾਰੀਆਂ ਸਮੱਸਿਆ ਆਉਣੀਆਂ ਸ਼ੁਰੂ ਹੋ ਜਾਣ। ਸਾਊਥ ਇਹਨਾਂ ਦੀ ਪਹਿਲਾਂ ਹੀ ਬੰਦ ਹੋ ਗਿਆ ਕਰਨਾਟਕਾ ਕਰਕੇ, ਨਾਰਥ ਈਸਟ ਦੇ ਵਿੱਚ ਇਹ ਘਟਨਾ ਹੋ ਗਈ। ਨਾਰਥ ਇੰਡੀਆ ਦੇ ਵਿੱਚ ਜਾਂ ਪੀਜ਼ੈਂਟਰੀ ਜਿੰਨਾ ਸਟੇਟਾਂ ਦੇ ਵਿੱਚ ਹੈਗੀ, 18 ਸਟੇਟਾਂ ਦੇ ਵਿੱਚ
2/3 ਪੀਜੈਂਟਰੀ ਇਹਨਾਂ ਦੇ ਬਿਲਕੁਲ ਕੰਮਕਾਜ ਤੋਂ ਫਰਸਟ੍ਰੇਟ ਆ ਇਸ ਇੰਸਟੈਂਸ ਤੋਂ ਪਹਿਲੋਂ। ਤੋਂ ਇਸ ਕਰਕੇ ਮੈਨੂੰ ਤਾਂ ਲੱਗਦਾ, ਮੈਂ ਤਾਂ ਬਹੁਤ ਆਸਮੰਦ ਆ ਵੀ ਇਹਨਾਂ ਦਾ 2024 ਦੇ ਵਿੱਚ ਪੂਰਾ ਭੋਗ ਪੈ ਜਾਊਗਾ ਔਰ ਹੋ ਸਕਦਾ ਦੇਸ਼ ਦੇ ਵਿੱਚ ਕੋਈ ਨਵੀਂ ਜਿਹੜੀ ਹੈਗੀ ਆ ਆਸ ਦੀ ਕਿਰਨ ਜਿਹੜੀ ਆ ਉਹ ਪੈਦਾ ਹੋਵੇ। ਡਿਵਾਈਡ ਐਂਡ ਕੌਂਕਰ, ਇਹ ਵਾਲਾ ਜਿਹੜਾ ਫਾਰਮੂਲਾ ਹੈ ਇਹ ਪੂਰੇ ਦੇਸ਼ ਵਾਸਤੇ ਘਾਤਕ ਹੈ। ਤੁਹਾਡੀ ਇਹ ਸਾਰੀ ਗੱਲਬਾਤ ਤੋਂ ਇਹ ਗੱਲ ਬਿਲਕੁਲ ਸਾਹਮਣੇ ਆ ਰਹੀ ਹੈ ਨਿਖਰ ਕੇ। ਸੋ ਇੱਕ ਇਹਦੇ 'ਚ ਇੱਕ ਐਂਗਲ ਆਉਂਦਾ ਹੈ ਜੋ ਸਾਡਾ ਇਹ ਲਾਸਟ ਐਂਗਲ ਹੋਏਗਾ ਇਸ ਡਿਸਕਸ਼ਨ ਦਾ। ਸੇਖੋਂ ਸਾਹਿਬ, ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਦੇਖੀ ਜਾ ਰਹੀ ਹੈ ਕਿ ਜੋ ਮਨੀਪੁਰ ਦੇ ਜੰਗਲਾਂ ਦੇ ਵਿੱਚ ਜਾਂ ਮਨੀਪੁਰ ਦੇ ਇਲਾਕੇ ਦੇ ਵਿੱਚ ਜੋ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੇ ਉੱਤੇ ਕਾਰਪੋਰੇਟਸ ਦੀ ਅੱਖ ਹੈ ਤੇ ਉਹਨਾਂ ਨੈਚੁਰਲ ਰਿਸੋਰਸਿਸ ਨੂੰ ਉਹ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੇ ਨੇ, ਇਸ ਲਈ ਇਹ ਸਾਰਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਸ ਤਰ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਆ ਰਹੀ ਹੈ। ਇਹ ਕੋਈ ਕਨਸਪਾਇਰੇਸੀ ਥਿਊਰੀ ਵੀ ਹੋ ਸਕਦੀ ਹੈ। ਤੁਹਾਡਾ ਕੀ ਵਿਚਾਰ ਬਣਦਾ ਸੇਖੋਂ ਸਾਹਿਬ? ਹੋ ਸਕਦਾ ਕਿਉਂਕਿ ਉਹ ਏਰੀਆ ਜਿਹੜਾ ਹੈ ਬਹੁਤ ਪਲੇਨਸ ਏਰੀਆ ਬਹੁਤ ਥੋੜਾ ਹੈ, ਸ਼ਾਇਦ ਮੇਰੇ ਖਿਆਲ 10-15% ਏਰੀਆ ਜਿਹੜਾ ਪਲੇਨਸ ਦੇ ਵਿੱਚ ਆ, ਬਾਕੀ ਸਾਰੇ ਪਹਾੜ ਹੈ। ਹੋ ਸਕਦਾ ਪਹਾੜਾਂ ਦੇ ਵਿੱਚ ਬਹੁਤ ਵੱਡੇ ਰਿਸੋਰਸਿਸ ਹੋਣ, ਹੋ ਸਕਦਾ ਯੂਰੇਨੀਅਮ ਵੀ ਹੋ ਸਕਦਾ ਜਾਂ ਤੁਹਾਡੀਆਂ ਹੋਰ ਚੀਜ਼ਾਂ ਵੀ, ਖਾਸ ਕਰਕੇ ਕੋਲ ਹੋ ਸਕਦਾ ਵਾ, ਜਾਂ ਉੱਥੇ ਆਇਲ ਵੀ ਹੋ ਸਕਦਾ, ਬੜਾ ਕੁਝ ਹੋ ਸਕਦਾ ਵਾ। ਇਹ ਬਹੁਤ ਵੱਡੀ ਗੇਮ ਜਿਹੜੀ ਹੈਗੀ ਆ, ਮੈਨੂੰ ਇਹਦੇ ਬਾਰੇ ਕਿਉਂਕਿ ਮੈਂ ਬਹੁਤ ਜ਼ਿਆਦਾ ਨਾ ਲਿਟਰੇਚਰ ਦੇਖਿਆ ਨਾ ਪੜ੍ਹਿਆ, ਇਹ ਕੋਈ ਨਾ ਕੋਈ ਚਾਲ ਤਾਂ ਹੋ ਸਕਦੀ ਹੈ। ਤੁਸੀਂ ਡਿਵਾਈਡ ਕਰੋ, ਲੋਕਾਂ ਨੂੰ ਟੈਨਸ਼ਨ ਡਿਵਰਟ ਕਰ ਦਿਓ, ਉਹਦੇ ਵਿੱਚੋਂ ਲੋਕਾਂ ਨੂੰ ਲੜਾ ਪੜਾ ਕੇ ਮਾਰੋ, ਲੋਕ ਉੱਥੋਂ ਮਾਈਗ੍ਰੇਟ ਕਰ ਜਾਣ। ਇਦਾਂ ਹੀ ਹੁੰਦਾ ਸੀ ਜਦੋਂ ਤੁਸੀਂ ਦੇਖੋਗੇ ਵਿਦੰਤਾ ਵਾਲਾ ਜਿਹੜਾ ਹੋਇਆ ਸੀ ਛੱਤੀਸਗੜ੍ਹ ਦੇ ਵਿੱਚ ਹੋਇਆ ਸੀਗਾ, ਉੜੀਸਾ ਦੇ ਵਿੱਚ ਜਦੋਂ ਵੱਡੀਆਂ ਵੱਡੀਆਂ ਸਟੇਟ ਵੱਡੀਆਂ ਵੱਡੀਆਂ ਕਾਰਪੋਰੇਟ ਕਾਰਪੋਰੇਸ਼ਨ ਲੱਗਦੀਆਂ, ਮਹਾਰਾਸ਼ਟਰ ਦੇ ਵਿੱਚ ਲੱਗਦੀਆਂ, ਇੱਥੇ ਤਾਂ ਰਜਿਸਟਰਸ ਆਉਂਦੀ ਸੀ। ਔਰ ਨਾਰਥ ਈਸਟ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਨਹੀਂ, ਇੱਥੇ ਤਾਂ ਲੋਕਾਂ ਨੂੰ ਕੀ ਪਤਾ ਲੱਗਣਾ, ਪਹਿਲਾਂ ਇਹਨਾਂ ਨੂੰ ਇਹ ਬੜਾ ਇੱਕ ਟੈਸਟਡ ਫਾਰਮੂਲਾ ਕਿ ਪਹਿਲਾਂ ਲੋਕਾਂ ਨੂੰ ਆਪ ਲੜਾ ਦਿਓ, ਉਹਨਾਂ ਦਾ ਧਿਆਨ ਦੂਸਰੇ ਪਾਸੇ ਕਰ ਦਿਓ, ਉਹਨਾਂ 'ਚ ਬਿਟਰਨੈਸ ਹੋ ਜੇ। ਕਿ ਕਲੈਕਟਿਵ ਰਜਿਸਟੈਂਸ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਕਾਰਪੋਰੇਸ਼ਨਸ ਆ ਰਹੀਆਂ, ਉਹਨਾਂ ਦੇ ਖਿਲਾਫ ਸਾਡੀ ਕਲੈਕਟਿਵ ਰਜਿਸਟੈਂਸ ਦੀ ਲੋੜ ਹੁੰਦੀ ਆ। ਜਿਹੜੇ ਉੱਥੇ ਰਹਿਣ ਵਾਲੇ ਸਾਰੇ ਲੋਕ ਆ, ਚਾਹੇ ਉਹ ਧਰਮਾਂ ਦੇ ਆ, ਚਾਹੇ ਜਾਤੀਆਂ ਦੇ ਆ, ਚਾਹੇ ਟਰਾਈਬਲ ਆ, ਚਾਹੇ ਨੌਨ ਟਰਾਈਬਲ ਆ, ਚਾਹੇ ਉਹ ਹਿੰਦੂ ਆ, ਚਾਹੇ ਦੂਸਰੇ ਤੀਸਰੇ ਹੈਗੇ ਆ। ਤਾਂ ਜਿਹੜਾ ਇਹ ਐਕਸਪੈਰੀਮੈਂਟ ਹੁੰਦਾ, ਇਹਨੂੰ ਕਹਿੰਦੇ ਪਾਇਲਟ ਪ੍ਰੋਜੈਕਟ। ਪਾਇਲਟ ਪ੍ਰੋਜੈਕਟ ਦਾ ਹੁੰਦਾ ਕਿ ਤੁਸੀਂ ਪਹਿਲਾਂ ਉੱਥੋਂ ਦਾ ਨਾ ਟੈਸਟ ਕਰੋ ਕਿ ਉੱਥੋਂ ਦਾ ਵਾਤਾਵਰਨ ਕੀ ਬਣਦਾ, ਉੱਥੋਂ ਦੀ ਗਰਾਊਂਡ ਕਿੱਦਾਂ ਦੀ ਬਣਦੀ ਆ। ਹੋ ਸਕਦਾ ਕੁਝ ਏਰੀਆ ਦੇ ਵਿੱਚੋਂ ਜਿਹੜੇ ਸੀ ਉਹ ਲੋਕ ਉੱਥੋਂ ਮਾਈਗ੍ਰੇਟ ਕਰ ਜਾਣ, ਕੁੱਕੀ ਮਾਈਗ੍ਰੇਟ ਕਰ ਜਾਣ ਜਾਂ ਮੈਤੀ ਜਿਹੜੀ ਹੈਗੀ ਉਹ ਮਾਈਗ੍ਰੇਟ ਕਰ ਜਾਣ। ਜਦੋਂ ਏਰੀਆ ਮਾਈਗ੍ਰੇਟ ਹੋ ਜਾਊਗਾ ਤੇ ਫਿਰ ਉੱਥੇ ਇਹ ਵੀ ਹੋ ਸਕਦਾ ਕਿ ਫਿਰ ਇਸ ਕਿਸਮ ਦੇ ਪ੍ਰੋਜੈਕਟ ਚੱਲ ਜਾਣ, ਇਸ ਕਿਸਮ ਦਾ ਏਜੰਡਾ ਚੱਲ ਜਾਣ। ਕਿਉਂਕਿ ਇਹ ਦੇਸ਼ ਦੇ ਵਿੱਚ ਜਿਹੜੀ ਤਬਾਹੀ, ਡਿਵੈਲਪਮੈਂਟ ਨੂੰ ਤਬਾਹੀ ਕਹਿੰਦੇ ਆ, ਕਿ ਇਹ ਖਾਸ ਕਰਕੇ ਇਹ ਤਾਂ ਇਹੀ ਹੁੰਦਾ ਕਿ ਲੋਕਾਂ ਦੇ ਨਾਂ ਦੇ ਉੱਤੇ ਵੀ ਇਹ ਤਰੱਕੀ ਕਰ ਜੂਗਾ ਇਲਾਕਾ, ਇੱਥੇ ਕੋਈ ਰਹਿੰਦਾ ਨਹੀਂਗਾ, ਇੱਥੇ ਅਸੀਂ ਫੈਸਿਲਿਟੀਜ਼ ਲੈ ਕੇ ਆਵਾਂਗੇ, ਸੜਕ ਲੈ ਕੇ ਆਵਾਂਗੇ, ਰੇਲ ਗੱਡੀ ਲੈ ਕੇ ਆਵਾਂਗੇ, ਤੇ ਲੋਕਾਂ ਨੂੰ ਤੁਸੀਂ ਲਾਂਭੇ ਕਰ ਦਿਓ, ਤੇ ਜਿਹੜਾ ਉਹ ਕਾਰਪੋਰੇਟ ਦਾ ਜਾਂ ਹੋਰ ਏਜੰਡਾ ਹੈਗਾ, ਜੋ ਹਿਡਨ ਏਜੰਡੇ ਹੁੰਦੇ ਆ, ਉਹਨੂੰ ਤੁਸੀਂ ਆਪਣਾ ਲਾਗੂ ਕਰ ਲਓ। ਇਹਦੀ ਪੋਸੀਬਿਲਿਟੀ ਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਜੇ ਇਸ ਕਿਸਮ ਦੀਆਂ ਗੱਲਾਂ ਉਹਦੇ ਵਿੱਚੋਂ ਸੋਸ਼ਲ ਮੀਡੀਆ 'ਚੋਂ ਆ ਰਹੀਆਂ ਜੀ। ਕਿਉਂਕਿ ਇੱਕ ਰਿਪੋਰਟ ਦੇ ਮੁਤਾਬਿਕ 200 ਦੇ ਕਰੀਬ ਮੌਤਾਂ ਵੀ ਨੇ ਤੇ 50,000 ਦੇ ਕਰੀਬ ਲੋਕ ਮਾਈਗ੍ਰੇਟ ਵੀ ਕਰ ਚੁੱਕੇ ਨੇ। ਬਹੁਤ ਬਹੁਤ ਸ਼ੁਕਰੀਆ ਸੇਖੋਂ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਐਨਲਾਈਟਨ ਕੀਤਾ ਸਾਨੂੰ। ਥੈਂਕ ਯੂ ਸੋ ਮਚ ਸੇਖੋਂ ਸਾਹਿਬ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਇਸ ਸਬਜੈਕਟ ਦੇ ਉੱਤੇ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।